गहे बाण दत्तं अनादत मारियो भजी सर्ब सैनं न नैनं निहारियो। ਹੁਣ ਇੱਕ ਪਾਸੇ ਦੱਤ ਹੈ, ਇੱਕ ਪਾਸੇ ਅਨਾਦਤ ਹੈ। ਦੱਤ ਤੋਂ ਵਿਰੋਧੀ ਹੈ ਜਿਹੜਾ ਕਹਿੰਦਾ ਵੀ ਦੱਤ ਦਾ ਜਿਹੜਾ ਹੈਗਾ ਵਿਚਾਰਧਾਰਾ ਦੱਤ ਵਾਲੀ, ਉਹ ਮੈਂ ਖਤਮ ਕਰਕੇ ਆਪਣੀ ਵਿਚਾਰਧਾਰਾ ਚਲਾਉਣੀ ਹੈ। ਉਹਦਾ ਨਾਂ ਜਿਹੜੀ ਲੋਕ ਜਿਹੜੇ ਦੱਤ ਦਾ ਨਾਂ ਚੱਲਦਾ ਸੀ ਜਿਵੇਂ ਬਈ ਉਹਦਾ ਨਹੀਂ ਚੱਲਣਾ ਚਾਹੀਦਾ। ਇੱਦਾਂ ਹੁੰਦਾ ਹੀ ਰਹਿੰਦਾ। ਜਿਵੇਂ ਗੁਰੂ ਨਾਨਕ ਦੇ ਨਾਂ 'ਤੇ ਜਾਂ ਭਗਤਾਂ ਦੇ ਨਾਂ 'ਤੇ, ਕਬੀਰ ਦੇ ਨਾਂ 'ਤੇ ਜਿਹਨੂੰ ਜੈਲਸੀ ਹੈ, ਗੁਰੂ ਨਾਨਕ ਨੂੰ ਤਾਂ ਜੇ ਹੁੰਦੀ ਜੈਲਸੀ ਤਾਂ ਉਹ ਗ੍ਰੰਥ ਦੇ ਵਿੱਚ ਉਹਨਾਂ ਦੀ ਬਾਣੀ ਕਿਉਂ ਲੈਂਦੇ ਸਾਰਿਆਂ ਦੀ? ਇਹਨਾਂ ਨੂੰ ਤਾਂ ਕਿਸੇ ਨੂੰ ਜੈਲਸੀ ਹੈ ਹੀ ਨਹੀਂ। ਇਹ ਤਾਂ ਸਾਰਿਆਂ ਦੀ, ਚਾਹੇ ਇੱਕ ਸ਼ਬਦ ਦੇ ਵਿੱਚ ਲੈ ਲਿਆ ਵੀ ਭਾਈ ਬਰਾਬਰ ਨੇ, ਬਰਾਬਰ ਕਹਿਤਾ ਸਾਰੇ ਵੀ ਬਾਣੀ ਪਰਮੇਸ਼ਰ ਦੀ ਹੈ, ਜਿਹਨੂੰ ਵੀ ਆਈ ਆਏ ਬੈਠੇ ਨੇ ਸਾਰੇ। ਨਾਂ ਕਿਸੇ ਦਾ ਨਹੀਂ। ਭਗਤਾਂ ਦੇ ਨਾਂ 'ਤੇ ਜਿਹਨਾਂ ਨੂੰ ਜੈਲਸੀ ਸੀ ਅਸਲ ਦੇ ਵਿੱਚ, ਉਹਨਾਂ ਨੇ ਆਪਣੇ ਆਪਣੇ ਡੇਰੇ ਬਣਾਏ ਨੇ। ਰਾਧਾ ਸਵਾਮੀ ਵੀ ਉਹਨਾਂ 'ਚੋਂ ਹੀ ਨੇ। ਨਾਂ ਲੈ ਕੇ ਬਾਣੀ ਚੱਲਦੇ ਨੇ, ਕੰਮ ਬਾਣੀ ਤੋਂ ਉਲਟ ਕਰਦੇ ਨੇ। ਅਸਲ ਜੈਲਸੀ ਹੈ ਵੀ ਅਸੀਂ ਵੀ ਆਪਣਾ ਨਾਂ ਪ੍ਰਚਾਰ ਦਾਂਗੇ ਜਿਵੇਂ ਉਹਨਾਂ ਦਾ। ਝੂਠ ਦਾ ਨਾਂ ਕਿਵੇਂ ਪ੍ਰਚਾਰਿਆ ਜਾਊਗਾ? ਝੂਠ ਤਾਂ ਕਿਤੇ ਨਾ ਕਿਤੇ ਜਾ ਕੇ ਦਮ, ਝੂਠ ਨੇ ਤਾਂ ਦਮ ਤੋੜਿਆ ਜਾਣਾ ਕਿਤੇ ਨਾ ਕਿਤੇ ਜਾ ਕੇ। ਜਿੰਨਾ ਚਿਰ ਤੁਸੀਂ ਕਮਲੇ ਲੋਕਾਂ ਨੂੰ, ਘੱਟ ਅਕਲ ਵਾਲਿਆਂ ਨੂੰ ਮਗਰ ਲਾ ਰੱਖੋਗੇ, ਆਖਿਰ ਉਹ ਵੀ ਟੋੜਦੇ ਤੁਹਾਨੂੰ ਲੱਭਦੇ ਇੱਕ ਦਿਨ ਸੈਟਿਸਫਾਈ ਨਹੀਂ ਜਦ ਹੋਣਗੇ, ਉਹਨਾਂ ਦੇ ਪੂਰੇ ਸ਼ੰਕਾਵਾਂ ਨਹੀਂ ਨਿਵਰਤ ਹੋਣਗੀਆਂ, ਉਹ ਵੀ ਕਹਿ ਦੇਣਗੇ ਵੀ ਇੱਥੇ ਤਾਂ ਕੁਛ ਕਮੀ ਹੈ। ਬਰਗਲਾ ਕੇ ਮਗਰ ਲੋਕਾਂ ਨੂੰ ਲਾ ਕੇ ਰੱਖਿਆ ਜਾ ਸਕਦਾ, ਪਰ ਇਹੋ ਜਿਹੀਆਂ ਮੱਤਾਂ ਬਹੁਤ ਛੇਤੀ ਦਮ ਤੋੜ ਦਿੰਦੀਆਂ ਹੁੰਦੀਆਂ। ਫਿਰ ਨਾਲੇ ਮੱਤਾਂ ਕਾਹਦੀਆਂ ਨੇ? ਸਿਆਸੀ ਹੈ ਤਾਂ ਸਾਰਾ, ਵੋਟਾਂ ਨੇ ਮਗਰ ਲਾਈਆਂ ਹੋਈਆਂ, ਹੋਰ ਕੋਈ ਧਰਮ ਵਾਲੀ ਕੋਈ ਗੱਲ ਨਹੀਂ। ਹਾਂ, ਇਵੇਂ ਹੀ ਉਹ ਚਾਹੁੰਦੇ ਸੀ। ਗਹੇ ਬਾਣ ਦੱਤਨ ਅਨਾਦਤ ਮਾਰਿਓ। ਹਾਂ, ਦੱਤ ਨੇ ਫਿਰ ਦੱਤ ਦਾ ਜਿਹੜੇ ਵਿਚਾਰਧਾਰਾ ਨੂੰ, ਦੱਤ ਵਾਲੀ ਵਿਚਾਰਧਾਰਾ ਨੂੰ ਕੁਛ ਜਾਣਨ ਵਾਲੇ ਵੀ ਸੀ। ਉਹਨਾਂ ਦੀ ਆਵਾਜ਼ ਨਹੀਂ ਸੀ ਦਬੀ ਹੋਈ ਸੀ। ਅੱਜ ਗੁਰਮਤਿ ਨੂੰ ਜਾਣਨ ਵਾਲੇ ਬਹੁਤ ਥੋੜੇ ਆਦਮੀ ਨੇ। ਜੇ ਉਹ ਗੁਰਮਤਿ ਦੀ ਗੱਲ ਕਰਦੇ ਨੇ ਤਾਂ ਅਕਾਲ ਤਖਤ ਰੌਲਾ ਪਾਉਂਦੇ ਸੀ ਪਹਿਲਾਂ ਤਾਂ, ਕਿ ਉਹ ਵਿਰੋਧ, ਇਹ ਸੈਂਟਰ ਜੋ ਵਿਰੋਧ ਪਹਿਲਾਂ ਤੇ ਵਿਰੋਧ 'ਚ ਹੈ। ਸੈਂਟਰ ਅੰਮ੍ਰਿਤਸਰ ਵਾਲਾ ਸੈਂਟਰ ਪਹਿਲਾਂ ਤੇ ਵਿਰੋਧ 'ਚ ਹੈ ਇਹ ਗੁਰਬਾਣੀ ਦੇ। ਇਹ ਤਾਂ ਹੀ ਜੈਕਾਰਾ ਨਹੀਂ ਗਜਾਉਂਦੇ। ਜੈਕਾਰਾ ਅਨੰਦਪੁਰ ਸਾਹਿਬ ਦਾ ਇੱਕ ਮਿੰਟ ਗਜਾ ਦੇਣਗੇ ਅੰਦਰ। ਹੁਣ ਤਾਂ ਨਹੀਂ ਜੈਕਾਰਾ ਗਜਦਾ ਉੱਥੇ, ਬੜੇ ਸੋਹਣੇ ਬੋਲਦੇ ਨਹੀਂ। ਕਿਉਂ? ਇਹ ਅਨੰਦਪੁਰ ਸਾਹਿਬ ਦਾ, ਉਹ ਨਹੀਂ ਗਜਾ ਸਕਦੇ ਉੱਥੇ। ਹੁਣ ਤੇ ਨਹੀਂ ਗਜਾਉਣ ਦਿੰਦੇ। ਆਏ ਸੀਗੇ ਜਿਹੜੇ ਆਪਣੇ ਮੀਣੇ ਨੇ, ਇਹਨਾਂ ਦਾ ਕਬਜ਼ਾ ਸੀ। ਹੁਣ ਤੇ ਬਾਹਰ ਹੋਰ ਅਕਾਲੀ ਫੂਲਾ ਸਿੰਘ ਦਾ ਬੁਰਜ ਹੈ, ਉਹ ਹੈ ਸੈਂਟਰ ਖਾਲਸੇ ਦਾ ਅਕਾਲੀ ਫੂਲਾ, ਉੱਥੇ ਗਏ ਨੇ ਜਗ੍ਹਾ, ਅੰਦਰ ਨਹੀਂ ਗਜਾਉਣ ਦਿੰਦੇ। ਪਹਿਲਾਂ ਦੇ ਵਿਰੋਧ 'ਚ ਜਵਾਬ ਨਹੀਂ ਹੈਗਾ ਇਹਨਾਂ ਦਾ ਵੀ ਕੀ। ਅੱਛਾ, ਕਥਾ ਨਹੀਂ ਹੋ ਸਕਦੀ ਅੰਦਰ ਗੁਰਬਾਣੀ ਦੀ? ਕਥਾ ਤਾਂ ਹੁਣ ਨਹੀਂ ਹੁੰਦੀ। ਇਹ ਕਹਿੰਦੇ ਨੇ ਉੱਥੇ ਪ੍ਰਕਾਸ਼ ਹੁੰਦਾ ਸੀ। ਉਹ ਕਥਾ ਤਾਂ ਹੁਣ ਨਹੀਂ ਹੁੰਦੀ ਅੰਦਰ। ਕਥਾ ਨਹੀਂ ਇੱਥੇ, ਉਹਨਾਂ ਨੇ ਕਥਾ ਕਰਕੇ ਮਰਨਾ ਸੀ। ਉਹਨਾਂ ਨੇ ਕਥਾ ਤਾਂ ਗੁਰਬਾਣੀ ਦੀ ਕਰਨੀ ਪੈਂਦੀ। ਉੱਥੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਉਸ ਸੀ, ਬਸ ਮੂਰਤੀ ਵਾਂਗੂ ਮੱਥਾ ਟੇਕਣ ਨੂੰ ਚੜਾਵੇ ਵਾਂਗੂ ਰੱਖਿਆ ਸੀ ਉਹਨਾਂ ਨੇ, ਵੀ ਮੱਥਾ ਟੇਕ ਦੋ, ਚੜਾਵਾ ਚੜਾ ਜਾਓ। ਹੁਣ ਤਾਂ ਮੁੱਖ ਵਾਗ ਲੈਂਦੇ ਨੇ ਉੱਥੇ। ਹੋਰ ਕੀ ਕਰਦੇ ਨੇ? ਜਾਂ ਅਖੰਡ ਪਾਠ ਕਰਦੇ ਨੇ ਚੁੱਪ ਕਰਕੇ ਆਪਣੇ ਮੂੰਹ 'ਚ। ਵਿਆਖਿਆ ਤਾਂ ਹੁਣ ਵੀ ਨਹੀਂ ਕਰਦੇ। ਕੀਰਤਨ ਨਹੀਂ ਸੀ ਹੁੰਦਾ ਅੰਦਰ, ਪਹਿਲਾਂ ਅੰਦਰ ਨਹੀਂ ਸੀ ਕੁਛ ਵੀ ਹੁੰਦਾ। ਨਾਲੇ ਪੰਜਵੇਂ ਪਾਤਸ਼ਾਹ ਥੋੜਾ ਚਿਰ ਰਹੇ ਨੇ, ਬਾਕੀ ਤਾਂ ਫਿਰ ਦੂਏ ਵਿਰੋਧੀ ਹੋ ਰਹੇ ਨੇ ਉੱਥੇ। ਹੁਣ ਉਹ ਜਿਹੜੇ ਗੁਰਮਤਿ ਨੂੰ ਜਾਣਨ ਵਾਲੇ ਨੇ ਕਿਉਂ ਨਹੀਂ ਸੀ ਬੋਲਦੇ? ਕਹਿੰਦੇ ਸੀ ਇਤਿਹਾਸ ਠੀਕ ਕਰੋ, ਇਹ ਕੇਸ ਵੱਟ ਜਾਂਦੇ ਸੀ। ਉਹਨਾਂ ਨੂੰ ਪਤਾ ਜੀ ਇਹ ਇਤਿਹਾਸ ਠੀਕ ਕਰਨ ਲੱਗਿਆ ਸਭ ਕੁਝ ਨਿਕਲਿਆ ਹੋਊਗਾ ਜਿਹੜਾ ਮੈਂ ਬੋਲਦਾ। ਕਿਉਂ ਨਹੀਂ ਜਗਾਰਾ ਗਜਾਉਂਦੇ? ਇੱਥੇ ਇਤਿਹਾਸਕ ਗੱਲ ਹੈ ਵੀ ਸਾਰਾ ਕੁਝ ਨਿਕਲਿਆ ਹੋਊਗਾ। ਇਹ ਤਾਂ ਪਹਿਲਾਂ ਦੇ ਵਿਰੋਧ 'ਚ ਵੀ ਸਾਰਾ ਹੀ ਬੇੜਾ ਗਰਕ ਹੋ ਜਾਊਗਾ ਤੁਹਾਡਾ। ਜਿਹੜੇ ਜਾਣਦੇ ਸੀ ਉਹ ਨਹੀਂ ਸੀ ਇਹ ਤਲਵਾੜੇ ਵਰਗੇ ਇਹ ਰਾਹ ਨਹੀਂ ਸੀ ਪੈਣ ਦਿੰਦੇ। ਜਿਹੜੇ ਜਾਣਦੇ ਸੀ ਵਾਹਿਗੁਰੂ ਵਾਲੇ ਜਿਹਨਾਂ ਦਾ ਕਬਜ਼ਾ ਹੈ, ਉਹ ਕਹਿੰਦੇ ਇਹ ਰਾਹ ਨਹੀਂ ਪੈਣਾ। ਉਹ ਨੰਗੇ ਜੋ ਹੁੰਦੇ ਸੀ। ਆਪਾਂ ਤਾਂ ਬਾਗੀ ਹੋ ਗਏ ਹੁਣ। ਅਸੀਂ ਤਾਂ ਬਗਾਵਤ ਕੀਤੀ ਹੋਈ ਹੈ।
ਵੀ ਗੁਰੂ ਦੀ ਗੱਲ ਕਰਨ ਨਾਲ ਸਾਡੀ ਡਿਊਟੀ ਹੈ। ਖਾਲਸਾ ਮੇਰੋ ਸਤਿਗੁਰ ਪੂਰਾ, ਸਾਡੇ ਕੋਲ ਡਿਊਟੀ ਹੈ। ਉਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਨੇ ਗੁਰਦੁਆਰਾ ਦਾ ਪ੍ਰਬੰਧ ਕਰਨਾ, ਧਰਮ ਪ੍ਰਚਾਰ ਦਾ ਉਹਨਾਂ ਦਾ ਕੋਈ ਮਤਲਬ ਨਹੀਂ ਹੈ। ਉਹਨਾਂ ਨੂੰ ਰਾਈਟ ਹੀ ਨਹੀਂ ਦਿੰਦਾ ਹੈ ਗੁਰਦੁਆਰਾ ਐਕਟ। ਇਹ ਗੁਰਦੁਆਰਾ ਐਕਟ ਨਹੀਂ ਰਾਈਟ ਦਿੰਦਾ ਹੈ ਪ੍ਰਚਾਰ ਕਰਨ ਦਾ, ਉਹਨੂੰ ਸੰਸ਼ੋਧਨ ਕੁਛ ਨਹੀਂ ਕਰ ਸਕਦੇ ਉਹ। ਹਾਂ, ਉਹ ਜਿਹੜੇ ਜਾਣਦੇ ਸੀ ਦੱਤ ਦੇ ਬਾਰੇ ਕੁਛ, ਉਹਨਾਂ ਵੀ ਨਹੀਂ ਸੀ ਜਾਣਦਾ। ਇਹ ਤਾਂ ਪਾਰਸਨਾਥ ਤਾਂ ਜਿਹੜੀ ਬੇਸਿਕ ਗੱਲ ਜਾਣਦੇ ਸੀ, ਸਮਝਦੇ ਸੀ, ਜਦ ਉਹ ਬੋਲਣ ਲੱਗੇ ਤਾਂ ਜਿਹੜਾ ਅਨਾਦੱਤ ਦੱਤ ਦਾ ਵਿਰੋਧੀ ਸੀ ਪਾਰਸਨਾਥ, ਜਿਹੜਾ ਕਹਿੰਦਾ ਦੱਤ ਦਾ ਨਾਂ ਨਹੀਂ ਚੱਲਣਾ ਚਾਹੀਦਾ, ਉਹਦੀ ਬੋਲਤੀ ਬੰਦ ਕਰਤੀ। ਅਨਾਦੱਤ ਮਾਰਿਓ, ਅਨਾਦੱਤ ਨੂੰ ਢਾ ਲਿਆ ਉਹਨਾਂ ਨੇ, ਲਾਜਵਾਬ ਕਰਤਾ। ਮਾਰਿਓ ਤਾਂ ਲਾਜਵਾਬ ਕਰਨਾ ਹੀ ਹੁੰਦਾ। ਭਜੀ ਸਰਬ ਸੈਨੰ ਨਾ ਨੈਨੰ ਨਿਹਾਰਿਓ, ਜਿਹੜੇ ਹੁਣ ਦੱਤ ਦੇ ਨਾਲ ਜਿਹੜੇ ਪਾਰਸਨਾਥ ਨਾਲ ਜਿਹੜੇ ਸਹਿਮਤ ਸੀ, ਅਸਲ ਦੱਤ ਦੇ ਵਿਰੋਧੀ ਸੀ ਉਹ ਜ਼ਿਆਦਾ। ਜਾਂ ਦੱਤ ਤੋਂ ਜਿਹੜੇ ਠੀਕ ਦਾ ਦੱਤ ਨੂੰ ਮੰਨਦੇ, ਠੀਕ ਦਾ ਸਿੱਖੇ, ਪਰ ਸਿੱਖੀ ਤੋਂ ਵਿਰੋਧ 'ਚ ਸੀ। ਹੁਣ ਵੀ ਹੈਗੇ ਨੇ, ਆਖਣ ਨੂੰ ਸਿੱਖ ਨੇ, ਸਿੱਖੀ ਪ੍ਰਚਾਰ ਤੋਂ ਵਿਰੋਧ 'ਚ ਨੇ, ਸੁਣਨਾ ਨਹੀਂ ਚਾਹੁੰਦੇ ਸਿੱਖੀ ਦਾ ਪ੍ਰਚਾਰ। ਸਹੀ ਗੁਰਦੁਆਰੇ 'ਚ ਨਹੀਂ ਕਰਨ ਦਿੰਦੇ, ਉਹਨਾਂ ਨੂੰ ਸਿੱਖ ਕਿਵੇਂ ਕਹਿ ਦੋਗੇ ਤੁਸੀਂ? ਨਾਂ ਦੇ ਹੀ ਸਿੱਖ ਨੇ, ਇਵੇਂ ਹੀ ਦੱਤਦੇ ਸੀ, ਅਸਲ 'ਚ ਵਿਰੋਧੀ ਸੀ, ਕਹਿਣ ਨੂੰ ਦੱਤਦੇ ਚੇਲੇ ਸੀ। ਉਹ ਵੀ ਲਾਜਵਾਬ ਹੋ ਗਏ, ਕਿਉਂਕਿ ਸਮਾਧੀ ਲਾਉਂਦੇ ਦਾ ਪ੍ਰਚਾਰ ਕਰਦੇ ਸੀ ਜਿਹੜੇ ਲੋਕ। ਦੱਤ ਨੂੰ ਤਾਂ ਸਮਾਧੀ ਹਟਾਈ ਸੀ, ਦਾਦੀ ਤਾਂ ਸਮਾਧੀ ਤਾਂ ਦੱਤ ਵੀ ਲਾਉਂਦਾ ਹੀ ਸੀ, ਧਿਆਨ ਤਾਂ ਦੱਤ ਵੀ ਲਾਉਂਦਾ ਸੀ। ਜਦ ਉਹਨੂੰ ਆਕਾਸ਼ਬਾਣੀ ਹੋਈ ਹੈ ਦੱਤ ਨੂੰ ਵੀ ਭਾਈ ਏਦਾਂ ਨਹੀਂ ਮਸਲਾ ਹੱਲ ਹੋਣਾ, ਮੁਕਤੀ ਮਿਲਣੀ, ਸਮਾਧੀ ਲਾਏ ਤੇ ਧਿਆਨ ਲਾਏ ਤੇ ਧਿਆਨ ਯੋਗ ਨਾਲ ਨਹੀਂ ਹੁਣ। ਸਾਡੇ ਵਿਦਵਾਨ ਕਹੀ ਜਾਂਦੇ ਨੇ ਜੀ ਇੱਕ ਧਿਆਨ ਯੋਗ ਹੈ, ਭਗਤੀ 4 ਪ੍ਰਕਾਰ ਦੀ, 3 ਪ੍ਰਕਾਰ ਦੀ, ਐਵੇਂ ਮਰੀ ਜਾਂਦੇ ਨੇ ਕਮਲੀਆਂ, ਪਤਾ ਨਹੀਂ ਕਿਹਦੀਆਂ ਲਿਖੀਆਂ ਹੋਈਆਂ ਕਿਤਾਬਾਂ ਪੜ੍ਹ ਲੈਂਦੇ ਨੇ, ਗੁਰਬਾਣੀ ਨੂੰ ਪੜ੍ਹਦੇ ਨਹੀਂ। ਉਹ ਗਿਆਨ ਬਿਨਾਂ ਮੁਕਤੀ ਨਹੀਂ ਹੋਣੀ। ਜਦ ਸਾਫ਼ ਲਿਖਿਆ ਹੈ ਗਿਆਨ ਬਿਨਾਂ ਮੁਕਤੀ ਨਹੀਂ ਹੋ, ਗੁਰਬਿਨ ਮੁਕਤ ਨਾ ਹੋਏ। ਗਿਆਨ ਕਾ ਬੱਧਾ ਮੰਨ ਰਹੇ, ਗੁਰਬਿਨ ਗਿਆਨ ਨਾ ਹੋਏ। ਗਿਆਨ ਤੋਂ ਬਿਨਾਂ ਮੰਨੇ ਕਾਬੂ ਨਹੀਂ ਹੋਣਾ, ਗੁਰ ਤੇ ਸਤਿਗੁਰ ਤੇ ਬਿਨਾਂ ਗਿਆਨ ਨਹੀਂ ਹੋਣਾ। ਵੀ ਮੁਕਤੀ ਨਹੀਂ ਹੋਣੀ ਗਿਆਨ ਤੇ ਬਿਨਾਂ। ਗਿਆਨ ਤੇ ਬਿਨਾਂ ਮੁਕਤੀ ਹੁਣ ਫਿਰ ਭਾਲਦੇ ਨੇ। ਵਾਹਿਗੁਰੂ ਵਾਹਿਗੁਰੂ ਵਾਲੇ ਕੀ ਕਰਦੇ ਨੇ? ਗਿਆਨ ਤੇ ਬਿਨਾਂ ਹੀ ਮੁਕਤੀ ਭਾਲਦੇ ਨੇ। ਗਿਆਨ ਕਿੱਥੇ ਉਹਨਾਂ ਕੋਲ? ਗੁਰਬਾਣੀ ਦੀ ਵਿਆਖਿਆ 'ਚ ਸੀ ਗਿਆਨ, ਗੁਰਬਾਣੀ 'ਚ ਹੈ ਗਿਆਨ, ਗੁਰਬਾਣੀ ਹਰ ਨਾਮ ਸਮਾਇਆ। ਉਹ ਅਨਾਦੱਤ ਸੀ, ਉਹ ਵੀ ਅਨਾਦੱਤੇ ਸੀ। ਜਿਹੜੇ ਦੱਤ ਦੇ ਵਿਰੋਧੀ ਸੀ ਉਹ ਅਨਾਦੱਤੇ ਸੀ। ਉਹ ਵੀ ਅੱਜ ਜਿਹੜੇ ਸਿੱਖ ਨੇ ਕਹਾਉਂਦੇ, ਜਿਹੜੇ ਗੁਰਬਾਣੀ ਦੀ ਵਿਆਖਿਆ ਸਹੀ ਸੁਣਨੀ ਨਹੀਂ ਚਾਹੁੰਦੇ, ਉਹ ਅਸਿੱਖ ਨੇ। ਸਿੱਖ ਨਹੀਂ ਹਨ। ਸਿੱਖ ਅਵਾਰ, ਅਸਿੱਖ ਸੰਘਰੋ। ਸਿੱਖ ਅਵਾਰ, ਸਿੱਖ ਸੰਘਰੋ। ਚੌਪੇ 'ਚ ਕੀ ਹੈ? ਸਿੱਖਾਂ ਨੂੰ ਵਾਰਨ ਵਾਸਤੇ ਕਿਹਾ, ਅਸਿੱਖਾਂ ਦਾ ਸੰਘਾਰ ਕਰਨ ਨੂੰ ਕਿਹਾ ਹੋਇਆ। ਰੋਜ਼ ਤਾਂ ਪੜ੍ਹਦੇ ਨੇ। ਦਸਮ ਪਾਤਸ਼ਾਹ ਨੂੰ ਪਤਾ ਨਹੀਂ ਸੀ ਵੀ ਪਿੱਛੋਂ ਸਿੱਖ ਜ਼ਿਆਦਾ ਆ ਜਾਣੇ ਨੇ, ਆਏ ਨਹੀਂ ਹੋਏ। ਪਿੱਛੇ ਹਿਸਟਰੀ ਹੈ ਸਾਡੇ ਕੋਲ, ਹਰੇਕ ਥਾਂ ਇੱਦਾਂ ਹੀ ਹੁੰਦਾ। ਦੱਤ ਦੀ ਇਤਿਹਾਸ ਦਾ ਪਤਾ ਨਹੀਂ ਸੀ ਉਹਨਾਂ ਨੂੰ। ਜਿਹਨੂੰ ਦੱਤ ਦੇ ਇਤਿਹਾਸ ਦਾ ਪਤਾ ਸੀ ਉਹਨੂੰ ਆਪਣਾ, ਨਾਲੇ ਉਹਨਾਂ ਦੇ ਤਾਂ ਹੁੰਦੇ ਹੀ ਸਿੱਖ ਜ਼ਿਆਦਾ ਸੀ। ਧੀਰ ਮਲੀਏ, ਰਾਮ ਰਹੀਏ, ਮੀਣੇ ਮਸਾਂਦੇ ਕੌਣ ਤੇ ਸਿੱਖੇ ਤੇ ਉਹਨਾਂ ਦੀ ਗਿਣਤੀ ਜ਼ਿਆਦਾ ਸੀ। ਉਹਨਾਂ ਦੀ ਗਿਣਤੀ ਜ਼ਿਆਦਾ ਸੀ। ਇਹ ਹਾਵੀ ਹੋ ਜਾਣਗੇ, ਇਹ ਪਤਾ ਨਹੀਂ ਸੀ। ਸਿੱਖ ਤਾਂ ਉਦੋਂ ਵੀ ਜ਼ਿਆਦਾ ਸੀ, ਗੁਰੂ ਨਾਨਕ ਵੇਲੇ ਵੀ ਸਿੱਖ ਜ਼ਿਆਦਾ ਸੀ। ਸ੍ਰੀ ਚੰਦ ਦੇ ਨਾਲ ਜ਼ਿਆਦਾ ਸੀ ਲੋਕ ਜੁੜੇ ਹੋਏ। ਕਿੰਨੇ ਡੇਰੇ ਨੇ ਯੂਪੀ ਸਾਰੇ ਸ੍ਰੀ ਚੰਦ ਨੂੰ ਉਹਨਾਂ ਨੇ ਬਣਾਤਾ ਸਿੱਧਾ ਜਾ ਕੇ ਗੁਰੂ ਮੂਹਰੇ ਗੁਰੂ ਗ੍ਰੰਥ ਸਾਹਿਬ ਰੱਖ ਲਿਆ ਤੇ ਸਿੱਖਿਆ ਦੇਣੀ ਹੈ ਗੁਰੂ ਗ੍ਰੰਥ ਸਾਹਿਬ ਤੋਂ ਉਲਟ। ਇੱਦਾਂ ਹੀ ਕਰਦੇ ਹੁੰਦੇ ਨੇ। ਉਸੇ ਚੀਜ਼ ਦਾ ਮੂਹਰੇ ਡਰਾਮਾ ਕਰਕੇ ਉਹਦਾ ਹੀ ਵਿਰੋਧ ਕਰੀਦਾ ਹੁੰਦਾ। ਮੂਹਰੇ ਗੁਰੂ ਬਾਣੀ ਰੱਖ ਲਈ, ਪ੍ਰੈਕਟੀਕਲੀ ਬਾਣੀ ਦਾ ਵਿਰੋਧ ਕਰ ਰਹੇ। ਲੋ ਜੀ ਅਸੀਂ ਵੀ ਗੁਰਬਾਣੀ ਨਾਲ ਜੋੜ ਰਹੇ ਹਾਂ। ਉੱਤੋਂ ਕੀ ਕਰਦੇ ਨੇ ਸੰਤ? ਆ ਗੁਰਬਾਣੀ ਨਾਲ ਜੋੜ ਰਹੇ ਹਾਂ, ਗੁਰੂ ਨਾਲ ਜੋੜ ਰਹੇ ਹਾਂ।
ਜੋੜ ਰਹੇ ਨੇ ਆਪਣੇ ਨਾਲ। ਇਹ ਕੌਣ ਵਾਲੇ? ਟਕਸਾਲ ਵਾਲੇ। ਇਹ ਕੌਣ ਨੇ? ਰਾੜੇ ਵਾਲੇ। ਤੁਸੀਂ ਗੁਰੂ ਨਾਲ ਜੋੜ ਰਹੇ ਹੋ, ਆਪਣੇ ਨਾਲ ਜੋੜ ਰਹੇ ਹੋ? ਤੁਹਾਡੇ ਨਾਂ ਕਿਵੇਂ ਪੈ ਗਏ? ਇਹ ਕੌਣ ਨੇ? ਬੰਦਈ ਖਾਲਸਾ। ਕਿਉਂ ਬੰਦਈ ਕਿਵੇਂ ਆ ਗਿਆ? ਨਾਂ ਕਿੱਥੋਂ ਆ ਗਿਆ? ਬਾਬਾ ਬਨਵਾਸ ਸਿੰਘ ਦਾ ਨਾਂ ਆਇਆ ਨਹੀਂ। ਬਨਵਾਸ ਸਿੰਘ ਦਾ ਖਾਲਸਾ ਆਇਆ ਕਿਤੇ? ਫਿਰ ਉਹ ਕਦੇ ਨਹੀਂ ਆਇਆ। ਅਕਾਲੀ ਫੂਲਾ ਸਿੰਘ ਦਾ ਖਾਲਸਾ। ਅਕਾਲੀ ਫੂਲਾ ਸਿੰਘ ਦਾ ਖਾਲਸਾ ਨਹੀਂ ਆਇਆ। ਮਣੀ ਸਿੰਘ ਦਾ ਖਾਲਸਾ ਨਹੀਂ ਆਇਆ। ਉਹਦਾ ਹੀ ਕਿਉਂ ਆ ਗਿਆ? ਇਹ ਗੱਲਾਂ ਸੀਆਂ ਇਤਿਹਾਸ ਦੀਆਂ, ਤਾਂ ਨਹੀਂ ਖੋਜ ਕਰਦੇ ਵੀ ਰਹਿਣਾ ਹੀ ਕੱਖ ਨਹੀਂ। ਵਿਰੋਧੀਆਂ ਦਾ ਕਬਜ਼ਾ ਹੈ। ਉਹਨੇ ਕਹਿ ਦਿੱਤਾ ਵੀ ਜਿਹੜਾ ਮਾਫੀਆ ਨੇ ਗੋਲਕਾਂ ਦੇ ਕਬਜ਼ਾ ਕਰ ਲਿਆ। ਗੋਲਕ ਮਾਫੀਆ ਹੈ ਸਾਰਾ। ਸਰਕਾਰ ਨੂੰ ਵੀ ਪਤਾ ਗੋਲਕ ਮਾਫੀਆ। ਸਰਕਾਰ ਨੂੰ ਤਾਂ ਬਹੁਤ ਦੇਰ ਦਾ ਪਤਾ ਹੈ ਗੋਲਕ ਮਾਫੀਆ। ਤਾਂ ਹੀ ਪ੍ਰਤਾਪ ਸਿੰਘ ਕੈਰੋਂ ਨੂੰ ਕਿਹਾ ਸੀ ਉਹਨੇ, ਜਵਾਹਰ ਲਾਲ ਨੇ, ਵੀ ਇਹਨਾਂ ਤੇ ਨਿਹੰਗਾਂ ਸਿੰਘਾਂ ਨੂੰ ਕਹੋ ਗੋਲਕ ਖੋਲੋ ਇਹਨਾਂ ਤੇ, ਵੀ ਫਿਰ ਦੇਖਾਂਗੇ ਅਕਾਲੀ ਕੀ ਕਰਨਗੇ। ਉਹਦਾ ਅਸੀਂ ਨਹੀਂ ਲਈ ਗੋਲਕ। ਅਸੀਂ ਕਿਹਾ ਵੀ ਲੋਕਾਂ ਨੂੰ ਪਤਾ ਨਹੀਂ, ਸੰਗਤ ਨੂੰ, ਸਿੱਖਾਂ ਨੂੰ ਪਤਾ। ਨਾਲੇ ਅਸੀਂ ਕੀ ਕਰਨੀ ਸੀ? ਆਹ ਲੜਕੇ ਮਰ ਜਾਂਦੇ ਅਜੇ ਮੈਂ ਹੁਣ ਮਰਦੇ ਨੇ ਗੋਲਕ ਨਾਲ। ਗੋਲਕ ਰਾਣੀ ਸਿਖਾਲੀ ਹੈ ਰੱਖਣੀ ਸੰਖੀਆ। ਜਦ ਹੁਣ ਨੂੰ ਖਤਮ ਹੋ ਜਾਂਦੇ ਸਾਰੇ ਮਰ ਜਾਂਦੇ ਲੜਕੇ ਆਪਸ ਵਿੱਚ ਨੇ। ਜੇ ਗੋਲਕ ਲੈ ਲੈਂਦੇ। ਜਾਤੇ ਗੋਲਕ ਲੈ ਨੂੰ ਪਿਆ ਸੰਤਾਂ ਸੋ ਜਾਤੀ ਬੇੜਾ ਗਰਕ ਕਰਤਾ। ਅਸੀਂ ਗੋਲਕ ਤੋਂ ਦੂਰ ਜਾਣ ਕੇ ਰਹਿੰਦੇ ਸੀਗੇ। ਪਤਾ ਸੀ ਜਦੋਂ ਗੋਲਕ ਦੇ ਜ਼ਿਆਦਾ ਗੋਲਕ ਦੇ ਆ ਗਏ ਨਾ ਨੇੜੇ ਨੂੰ, ਜੋ ਕੋ ਕੋਲ ਹੈ ਵੀ ਚਲਾ ਜਾਊਗਾ। ਇਹ ਨਹੀਂ ਛੱਡਦੀ ਹੁੰਦੀ, ਚਲਾ ਜਾਂਦਾ ਹੁੰਦਾ। ਮਾਇਆ ਛੱਡਦੀ ਹੈ। ਕਹੇ ਬਾਣ ਦੱਤਮ ਅਨਾਦਤ ਮਾਰਿਓ। ਜਦ ਦੱਤ ਨੇ ਬਾਣ ਗਹੇ ਫੜੇ ਚਲਾਏ ਤਾਂ ਅਨਾਦਤ ਜਿਹੜੇ ਦੱਤ ਵਿਰੋਧੀ ਦੇ ਸਾਰੇ ਆ ਹੁਣ ਵੀ ਉਹੀ ਲੜਾਈ ਚੱਲਦੀ ਹੈ। ਗੁਰਮਤ ਦੱਤ ਨਾ ਦੱਤ ਗੁਰਮਤ ਸੀ। ਉਹਦੇ ਕੋਲ ਦੱਤ ਕੋਲ ਗਿਆਨ ਨਾਲ ਮੁਕਤੀ ਆ। ਗੁਰਮਤ ਹੋਰ ਕੀ ਹੈ? ਇਹ ਕਿਉਂ ਲਿਖਿਆ ਆਖਰ ਦਸਮ ਪਾਤਸ਼ਾਹ ਨੇ? ਸਾਡੇ ਨਾਲ ਮੇਲ ਖਾਂਦੀ ਆ ਗੱਲ। ਇਹ ਦੱਤ ਗੁਰਮਤ ਦਾ ਧਾਰਨੀ ਹੈ। ਪਾਰਸਨਾਥ ਨਹੀਂ ਹੈਗਾ ਉਦੋਂ ਗੁਰਮਤ ਦਾ ਧਾਰਨੀ। ਪਾਰਸਨਾਥ ਤਾਂ ਇੱਕ ਹੰਕਾਰੀ ਰਾਜਾ ਹੈ। ਉਹ ਤਾਂ ਰਾਜਾ ਧਰਮ ਚਲਾਉਣਾ ਚਾਹੁੰਦਾ। ਕਹਿੰਦਾ ਰਾਜਬਨਾ ਨਹੀਂ ਧਰਮ ਚੱਲਿਆ, ਰਾਜਾ ਹੀ ਧਰਮ ਚਲਾਉਣਾ ਚਾਹੁੰਦਾ। ਦੇਖ ਕੀ ਹਾਲ ਹੋਊ ਰਾਜੇ ਦਾ ਹੁਣ ਗਾਂ ਜਾ ਕੇ। ਰਾਜਾ ਚਾਹੁੰਦਾ ਧਰਮ ਚਲਾਉਣਾ, ਆਪਣੇ ਨਾਂ ਦਾ ਨਹੀਂ ਚੱਲਿਆ। ਉਹ ਤੇ ਸਾਰੇ 5 ਲੱਖ ਰਾਜਾ ਕੈਦ ਕੀਤਾ ਹੋਇਆ। ਦੁਨੀਆ ਦਾ ਕੋਈ ਰਾਜਾ ਨਹੀਂ ਜਿਹੜਾ ਰਿਹਾ ਜਿਹੜਾ ਉਹ ਕਹਿੰਦਾ ਮੈਨੂੰ ਦੱਸੋ ਮੈਂ ਕਿਹੜਾ ਨਹੀਂ ਜਿੱਤਿਆ, ਤਾਂ ਵੀ ਧਰਮ ਨਹੀਂ ਚੱਲਿਆ। ਉਹ ਤੇ ਇਹ ਚਲਾ ਲੈਣਗੇ ਧਰਮ, ਰਾਜ ਲੈ ਕੇ। ਜਿਹੜਾ ਕੋ ਹੈਗਾ ਉਹ ਵੀ ਨਾਸ ਕਰ ਦੇਣਗੇ। ਕਰਤਾ ਨਾਸ ਦਾ ਨਾਸ ਕਰਨ ਨੂੰ ਪਹਿਲਾਂ ਥਾਈ ਕੀ ਹੈ ਹੀ ਨਹੀਂ ਸੀ। ਪਹਿਲੀ ਗੱਲ ਤਾਂ ਜੇਬ ਤਾਂ ਕੱਟੀ ਹੋਈ ਹੈ, ਜੇਬ ਤਾਂ ਖਾਲੀ ਸੀ। ਕੱਟਣਾ ਕੀ ਸੀ? ਜੇ ਕੱਟ ਵੀ ਲਈ ਕਿਸੇ ਨਾਲ ਬੇਵਕੂਫੀ ਨਾਲ ਤੇ ਬਟੂਆ ਤਾਂ ਖਾਲੀ ਸੀ। ਬਟੂਆ ਜ਼ਰੂਰ ਸੀ ਜੇਬ 'ਚ, ਪਰ ਖਾਲੀ ਹੋ ਸੀ ਬਿਲਕੁਲ। ਉਹ ਬਟੂਆ ਦਾ ਬਾਣਾ ਹੀ ਹੈ। ਬਟੂਆ ਦਾ ਬਾਣਾ ਹੀ ਹੈ ਬਾਹਰਲਾ, ਵਿੱਚ ਤਾਂ ਕੁਛ ਨਹੀਂ ਹੈ ਨਾ। ਕੈਸ਼ ਤਾਂ ਵਿੱਚ ਹੈ ਨਹੀਂ ਨਾ। ਨਾਮ ਤਾਂ ਹੈ ਨਹੀਂ ਵਿੱਚ। ਖਾਲੀ ਬਟੂਆ ਲੈ ਕੇ ਜੇਬ 'ਚ ਪਿਆ ਰਿਹਾ, ਨਾ ਪਿਆ ਰਿਹਾ, ਬਟੂਏ ਤੇ ਲੈਣਾ ਕੀ ਸੀ? ਹਾਂਜੀ। ਭਜੀ ਸਰਬ ਸੈਨਿਕ ਨਾ ਨੈਣਨ ਨਿਹਾਰਿਓ। ਭਜੀ ਸਰਬ ਸੈਨਿਕ ਜਿਹੜੇ ਨਾਲ ਦੇ ਸੀ ਨਾ ਅਨਾਦਤ ਦੇ, ਦੱਤ ਸਾਰੇ ਹੀ ਭੱਜ ਗਏ। ਸਾਰੇ ਹੀ ਭੱਜ ਗਏ। ਹੁਣ ਅਸੰਤ ਬੋਲਦਾ ਕੋਈ? ਸਾਰੇ ਇਹਨਾਂ ਦੇ ਨਾਲੇ ਨੇ। ਇਹ ਸੈਨਾ ਸਾਰੀ ਉਹ ਭੱਜ ਜਾਂਦੀ ਹੁੰਦੀ ਹੈ। ਉਹੀ ਕਹਾਣੀ ਹੈ। ਆਹੋ, ਜਾਂ ਸੱਚ ਬੋਲਣ ਲੱਗਿਆ ਤਾਂ ਜਦੋਂ ਮਛਿੰਦਰ ਨਾਥ ਨੇ ਖਰੀਆਂ ਸੁਣਾਈਆਂ। ਮਛਿੰਦਰ ਨਾਥ ਨੇ ਜਾਂ ਖਰੀਆਂ ਸੁਣਾਈਆਂ ਨਾ, ਰਾਜਾ ਚੁੱਪ ਕਰਕੇ ਬਹਿ ਗਿਆ, ਸੁਣਨ ਲੱਗ ਗਿਆ। ਫਿਰ ਉਹ ਬੋਲੇ। ਫਿਰ ਉਹਨਾਂ ਨੇ ਕਿਹਾ, ਫਿਰ ਉਹ ਬੋਲਣ ਲੱਗੇ। ਫਿਰ ਉਹ ਮਛਿੰਦਰ ਨਾਥ ਵੱਲ ਖੜੇ ਹੋ ਗਏ ਨਾ, ਉਹਦੀ ਹਾਂ ਛਾਂ ਮਿਲਾਉਣ ਲੱਗੇ। ਜਿਨਿਓ ਵੀਰ ਏਕੈ ਅਨੇਕੰ ਪਰਾਨੋ। ਜੇ ਹੁਣ ਉਹਦੀ ਗੱਲ ਨੂੰ ਮੰਨਦਾ ਉਹ, ਜੇ ਪਾਰਸਨਾਥ ਦੱਤ ਦੀ ਉਹ ਵਿਚਾਰਧਾਰਾ ਨੂੰ ਸਹੀ ਮੰਨ ਲੈਂਦਾ, ਜਿਹੜੀ ਉਹਨਾਂ ਨੇ ਸਹੀ ਸਾਬਤ ਕਰਤੀ ਮਛਿੰਦਰ ਨਾਥ ਨੇ, ਮਛਿੰਦਰ ਨਾਥ ਦੇ ਨਾਲ ਦਿਆਂ ਨੇ ਜਿਹੜੇ ਬੋਲੇ, ਤਾਂ ਫਿਰ ਉਹਦੇ ਨਾਂ ਦਾ ਧਰਮ ਫਿਰ ਵੀ ਨਹੀਂ ਚੱਲਦਾ। ਜਿਹੜੀ ਗੱਲ ਕਰਨੀ ਚਾਹੁੰਦਾ ਦੱਤ ਦਾ ਨਾਂ ਦਾ ਸਮਾਂ ਗੱਡ ਗਿਆ, ਹੋਰ ਮਜ਼ਬੂਤ ਹੋ ਗਿਆ।
खत्म तो होया ही ना। गुरु घर ने ध्रुव प्रहलाद का नाम जिउंदा रखिया नाल। दसम पातशाह ने कहा एक को छाड़ अनेक भजन सुखदेव परासर ब्यास झूठाने। सुखदेव परासर और ब्यास यही गल कहते हैं, वो झूठे ने फिर की। उन्हों की मिसाल दी है भी उन्होंने भी यही गल कही है जी असीं कहते। ये थोड़ी कहा भी साडी ये धर्म नवा कोई नवा कोई नहीं है, ये चलता आया पिछों ते वेदवाणी है, पिछों चलता ही आया है। हाँ कोई देर गुप्त हो जाता, गुप्त कर देंगे ने। रेलवे लाइन कदे राजस्थान च पूरा ज़्यादा तेज चल गई हवा, रेता आ गया, कोई होर या रेल आई तो रेता परे हटाता, रेल लंघी। फिर रेल ज़्यादा होगी, यात्री होंगे आपे रेता हटा लेंगे। जिन्हें जो रेल नहीं आती वो रेता पिया दबी रहे, लोड़ पैण ते रेता हट जाता होंगे जो लोड़ पैंदी। हाँ जी, जिन्यों वीर एका अनेकम परानो। बस जिहड़ा आगू सी उन्हों दा वो जित लिया। पारसनाथ जित लिया। पारसनाथ दे बाकी तो जिते हुए थे सारे ही। पारसनाथ के सामने तो कोई बोलता ही नहीं सी। पारसनाथ या जित्या गया, बाकी तो सारे हथियार सिੱਟੇ हुए सी। बाकी दे पारसनाथ मूहरे हथियार सिੱਟੇ हुए सी। जड़ा वीर एक पारसनाथ चुप कराता, अनादत पारसनाथ है सी ना। बाकी सारे भज गए मैदान छड़ के। बाकी ने की पुराने पलासी हने पौण मन। ऐ समझ लो भी जिवें ढक पला दे पत्ते हुंदे ने ना, पुराने सुके हुए थले गिरे हुए, हवा आउंदी है तेज उड़ा के ले जांदी है, उड़ गए सारे ही। वो पत्ते सुके पत्ते उड़े जाते हैं तेज हवा के बुले नाल। हवा का बुला जब तेज आउंदा वो पत्ते जिहड़े हुंदे ने वो तो उड़े जाने हुंदे, पत्तियां वांगू उड़ गए हो। हाँ, रणंग रोस के लोभ बाजी मटक्यो। फिर जिहड़ा लोभ सी, लोभी सी जिहड़े जिहड़े कहंदे ने भी जिहड़ा गुरुद्वारे ता जी जे गोलक ना होवे गुरुद्वारे चलने ही नहीं, वो लोभी ने असल च। जे गोलक ना होवे तो उत्थे तो चलना ही कम नहीं चलना। वो फिर आए सामने यह जी दलील दी, लोभ की दलील रह गई उन्होंने कोल भी लंगर भी चाहिए उत्थे, मतलब आप लाइटां ने इन्हां दा बिल भी देना। समझा नहीं, बिल्डिंग है ਉਹਦੀ मेनटेनेंस भी है, खर्चे तो होंदे ही ने। हाँ, भजियो वीर बाछियो अरियो सो झटकियो। भजियो रणंग रोस के लोभ बाजी मटकियो। हाँ, जब लोभ आया ने गल की, लोभ की गल चली, माया की गल चली। माया बिना सरदा नहीं ना। माया का विरोध करती है टोटली गुरबाणी, टोटली विरोध कर दी है माया का भी। माया तो दूर रहो। वो कहते माया बिना सरदा नहीं, शरीर है इनू भी चाहिए है। ये तो दलील दी हो जा सकती है, आम तौर पर दलील देंगे ने ये बिना सरदा नहीं। हाँ, भजियो वीर बाचियो अरियो सो झटकियो। जेड़ा माड़ा जा अड़िया लोभ नूं वो मारिया झटक के। वो कहता भी ਇਹਦਾ मतलब ये तो नहीं है भी जे रोटी खानी है ਉਹਦੇ ਨਾਲ ਤਾਂ कुछ नहीं मुकदा। ਉਹਦਾ लोड़ है। ਜਿਹੜਾ आदमी कहना भी दुनिया भर का मैं ਜਿਹੜਾ राशन है सारा अपने कब्जे च कर ਲਾਂ, फिर महंगा बेचां, गल तो उत्थे खराब होंदी है। आ कीड़े ने बाहर, घाह फूस के फुल, इन्हों भी दाने पैदा होंदे ने। कई घाह फूस दे विच दाने पैदा होंदे ने ना। सारिਆਂ ਦਾ गुजारा हो जाता, किते नहीं कोई बिजनेस चलता उन्हों का। जिते किसी को मिलता है अपना अपना ले आई जाते हैं। कोई वो स्टॉक नहीं करता, अपने जोगा करता जिन्हें करना। जो हम करते भी ने इन्ना स्टॉक करते हैं जिन्ना को उस वेले जो बाहर नहीं निकल सकते, फिर उन्होंने चाहिए। बिजनेस तो नहीं करते भी असी रख के दूए नूं बेचना। सिक्का ही नहीं, और कोई आदमी तो बिना कोई सिक्का ही नहीं बनया किसी का। वो तो जे सिक्का बनूगा तो ही वो बदलेंगे की। हाँ जी, फिर देख बीरंग अना लोभ धायो। वो जब देखा ना लोभ बोलिया, अना लोभ
फिर आया लोभ जिहड़ा हैगा, लोभ का विरोध अनालोभ करता, जिथे लोभ है नहीं। अनालोभ ने उसते हमला किया। छुटे बाण ऐसे सबे व्योम छायो। बई सच जिहड़ा हैगा माया झूठ है। अनालोभ ने कहा माया झूठी है, सच्ची वो कहना झूठी है। झूठी तो कहना ही पऊ। सच दो नहीं हो सकते, सच एक होगा। दो चीज़ां ने इत्थे, सच और झूठ। संसार चलता सच और झूठ के आसरे। झूठी माया है, ये तो पहले तो ही मनते हैं झूठी माया सारे। शरीर माया का झूठा है, इन्हें मतलब हमेशा नहीं रहना। आत्मा सच है, सत स्वरूप है। बई शरीर सच दे आसरे खड़ा है कि सच शरीर दे आसरे खड़ा है? चाहे जवान होवे कितना ही तकड़ा होवे, जो आत्मा निकले जाए दाड़ डे पैंदा उत्थे ही। शरीर तो वह मजबूत है, शरीर का तो नहीं खड़ा। सच दे आसरे शरीर खड़ा सी, सच निकल गया, वो होर शरीर खड़ा कर लूगा सच जिथे जाऊगा। आत्मा ने तो होर शरीर खड़ा कर लेना माया का। ये करके दिखावे की करूगा? ਜਿਹੜਾ झूठ है, झूठ हमेशा सच के आसरे खड़दा। सच नूं झूठ का आसरे की नहीं लोड़ है, गलती है साडी। जे झूठ नूं सच नूं झूठ की लोड़ नहीं, फिर माया की लोड़ किवें सच के प्रचार नूं? इत्थे लिया के मारिया उन्हें अनालोभ ने। हाँ बई प्रचार करना सच का, झूठ के आसरे ना सच का प्रचार किवें हो जाऊगा? झूठ का ही प्रचार होगा आसरे झूठ के। झूठ के आसरे झूठ का प्रचार होगा। जिदन की गोलक आई है झूठ का प्रचार होता, सच का हो ही नहीं सकता प्रचार। गुरु नानक को कड़ी गोलक सी दसन, भगत कबीर ने कड़ी गोलक रखी हुई सी ये दसन, रविदास के घर कड़ी गोलक रखी दसन। है किहड़ा भगत है जिहदी गोलक रखी हुई सी? किसी ने गोलक नहीं रखी। गुरु घर च भी नहीं सी गोलक हुंदी। ये तो इन्हों ने जदों दे बने ने इन्हों दी घाड़ है गोलक। गोलक तो अपने देखते नहीं सी हुंदी, गुरुद्वारियां च साडे देखते नहीं सी हुंदी। कोई पढ़ा पैसा चढ़ा जाए कोई छेड़दा ही नहीं सी पैसा। पिंड का प्यार है, प्यार हथ नहीं सी लाउंदे। मत्था टेकण लगा भी मेरा रुपये नूं हथ ना लग जाए, जिहड़ा गुरु का चढ़िया है। इन्ने डरदे सी रुपये तो, माया नूं नग नहीं समझदे सी बई रुपये नूं मत्था टेकण लगा हथ भी ना लग जाए। इन्हें लोग डरते सी। और 50 साल पहला 60 साल पहला की गल है कुल। तो 40 साल तो ही होया है, हट गए बिल्कुल। आज श्रोमणी कमेटी वाले ने किया 1700 फतेह सिंह नूं कहंदा गोलक चोर। फतेह सिंह 1700 नूं कहंदा गोलक चोर। आपे कहंदे ते एक दूए नूं, हुण भी एक दूए नूं कहंदे गोलक चोर ने। इन्हां नूं पता होऊ गोलक चोरी करदे ने कि नहीं करदे। ये नेड़े वाले नूं पता हुंदा, विच जिहड़े रहिंदे ने भी गोलक चोर ने कि नहीं चोर। अनालोभ ने कहा भी सच दे आसरे सृष्टि खड़ी है। झूठ हमेशा सच दे आसरे खड़दा। दरख्त खड़े ने जे विच आत्मा तां खड़े ने। जिहदे नाल आत्मा निकल गई सुक के ढह ढेरी हो जाना, सब खत्म हो जाना। सच तो हमेशा रहिंदा, सच हमेशा रहिंदा है। जिहड़ी चीज़ हमेशा रहिंदी है वो किहदे आसरे रहिंदी है? सच अपने आसरे आप रहिंदा। सच नूं किसे दे आसरे की लोड़ नहीं है। ये लोभी ने जिहड़े गोलक की गल करदे ने। पैसा चाहिदा इन्हां नूं, सच नूं नहीं चाहिदा, गुरु नूं नहीं चाहिदा। ना सच दे प्रचार नूं चाहिदा, ना सच नूं चाहिदा पैसा। इन्हां नूं चाहिदा। इन्हां ने कारां, इन्हां ने बिल्डिंगां, इन्हां ने बनाउणे, इन्हां ने अपने जायदादां बनाउणीआं ने, इन्हां नूं चाहिदा। सच नूं की लोड़ है? गुरु ने कड़ा प्रसाद गुरु नहीं सकदा। रमाले तुसीं दो ना दो, उन्होंने ठंड नहीं लगती, भुख नहीं लगती, प्यास नहीं लगती। गुरु ग्रंथ नूं भी नहीं लगती। पखंड किया है वह नाम करके। सानू लोड़ है, गर्मी सानू लगती है। असी बिल्डिंग अपने वास्ते बनाई है। उत्ते धुप्पे ना होवे, मीह पवे तो गुरु नूं तां लोड़ नहीं इन्हां गल्लां दी।
सच किसी चीज़ की लोड़ नहीं, सिर्फ सानू लोड़ है अपनी लोड़ नूं गुरु मूहरे करता। लोड़ अपनी है, गुरु मूहरे करता। गुरु नूं मंगता बना के फेरदे ने, कहते जी नगर कीर्तन नौ होरे रखदा। पखंड है ना, पैसे इकट्ठे करना हजूर साहब वाले ने 300 साल के मार करोड़ों रुपये इकट्ठे कर ले, काहदे वास्ते कीते? अपने वास्ते कीते ना। जिदन खर्च करनगे गुरु मुख वाक लैके करनगे, कित्थे खर्च करने ने? खर्च करना तो इत्थे दा प्रावधान नहीं बाणी जी। गुरबाणी तो कहती है कबीर माया नागणी, इधर नागणी है, फिर इधर डंग मारूगी। जो इसकी सेवा करे तिसी को फिर खाए, तो खा जाती है, और खा भी गई सारिਆਂ ਨੂੰ, बचा कोई भी नहीं होया। खांदी की होंदी है? शरीर नहीं खांदी। शरीर तो माया दा, माया नूं माया नहीं खांदी हुंदी। माया नूं माया किवें खा जूगी? माया खादी अकल नूं, बुद्धि खा जाती है, बुद्धि नष्ट कर देती है। नष्ट करती बुद्धि, बुद्धि नहीं किसी रही है। बुद्धिहीन हो गए सब, बुद्धिहीन हो के उल्टे राह पैंदा। गुरु नूं कौन छड्डदा? लड़ कौन छड्डू गुरु दा? माया ने छड़ाया सी लड़, जे जाना लड़ छिजणा पीड़ी पाई गंढ। ये तो माया दे शरीर ने छड़ाता सी लड़, तां लिव छुटकी लगी तृष्णा, तृष्णा लाता सी माया अमर वरताया। इन्हें छड़ाया सी लड़, ये जफ्फे पाउंदे ने माया नूं। मत मारी हुई है, और की होया? मत मारी हुई है। हाँ। दसंग बाण लै वीर धीरंग प्रहारे। दसंग बाण लै, 10 बाण होर ले ले 10 दिशावां च। ਜਿਹੜੇ ਜਿੰਨੀਆਂ ਮੱਤਾਂ ਵਾਲੇ ਸੀ ਨਾ, ਹੋਰ ਧੀਰਜ ਵਾਲੇ, ਹੋਰ ਵੀ ਤਾਂ ਲੋਕਾਂ ਦੀਆਂ ਮੱਤਾਂ ਸੀਆਂ, ਅਨੇਕਾਂ ਮੱਤਾਂ ਹਮੇਸ਼ਾ ਹੀ ਹੁੰਦੀਆਂ ਨੇ। ਆਪ ਆਪਣੀ ਬੁੱਧ ਹੈ ਜੇਤੀ, ਵੰਡ ਭਿੰਨ ਭਿੰਨ ਆਪਣੀ ਆਪਣੀ ਮੱਤ ਆਪਣੀ ਆਪਣੀ ਬੁੱਧ ਅਨੁਸਾਰ ਹੁੰਦੀ ਹੈ। ਸਾਰਿਆਂ ਦਾ ਧੀਰਜ ਛੇਕਤਾ, ਸਾਰਿਆਂ ਦਾ ਧੀਰਜ ਕੱਟਤਾ। ਆ ਕੱਟਿਆ ਗਿਆ, ਇਹਦੇ ਨਾਲੇ ਕੱਟਿਆ ਗਿਆ ਵੀ ਸੱਚ ਨੂੰ ਕਿਸੇ ਝੂਠ ਦੇ ਆਸਰੇ ਦੀ ਲੋੜ ਨਹੀਂ, ਬਾਕੀ ਸਾਰੀਆਂ ਮੱਤਾਂ ਹੀ ਝੂਠੀਆਂ। ਮਨ ਨੂੰ ਕਿਸੇ ਆਸਰੇ ਦੀ ਲੋੜ ਹੈ, ਮਨ ਨਹੀਂ ਟਿਕਦਾ, ਕਿਉਂ? ਮਨ ਝੂਠਾ ਹੈ, ਝੂਠ ਟਿਕ ਨਹੀਂ ਸਕਦਾ। ਮਨ ਝੂਠਾ ਨਾ, ਮਨ ਹੀ ਨਹੀਂ ਟਿਕਦਾ। ਪਹਿਲਾਂ ਜਿੰਨਾ ਅਜਰ ਝੂਠਾ ਨਹੀਂ ਟਿਕਦਾ, ਜਿੰਨਾ ਸਚਿਆਰਾ ਹੋ ਗਿਆ ਆਪੇ ਟਿਕ ਜੂ। ਇਹ ਝੂਠ ਹੀ ਨਹੀਂ ਟਿਕਣ ਦਿੰਦਾ, ਝੂਠੀ ਮਾਇਆ ਹੀ ਨਹੀਂ ਟਿਕਣ ਦਿੰਦੀ ਮਨ ਨੂੰ। ਤੇ ਮਨ ਤਾਂ ਟਿਕਾਉਣਾ ਗੁਰਮਤਿ ਨੇ। ਮਾਇਆ ਨਾਲ ਜੁੜ ਕੇ ਮਨ ਟਿਕ ਕਿਵੇਂ ਜਾਊਗਾ? ਗੋਲਕ ਕਿਵੇਂ ਟਿਕਣ ਦੇ ਦੂ ਤੁਹਾਡਾ ਮਨ? ਗੋਲਕ ਦੇ ਆਸਰੇ ਮਨ ਟਿਕ ਜੂਗਾ, ਕਿਵੇਂ ਟਿਕ ਜੂਗਾ? ਸਮਝ ਨਹੀਂ ਆਈ। ਉਹ ਆ ਸਰੀਰ ਨੇ ਮਨ ਤਾਂ ਹਲਾਤਾ ਸੀ, ਗੋਲਕ ਤਾਂ ਹੋਰ ਸਿਆਪਾ ਕਰ ਲਿਆ ਤੁਸੀਂ। ਸਰੀਰ ਹੈ ਨਹੀਂ, ਜੋਗੀ ਘਰ-ਬਾਰ ਛੱਡ ਕੇ ਚਲਿਆ ਜਾਂਦਾ ਹੈ, ਸਭ ਕੁਝ ਛੱਡ ਕੇ ਜੰਗਲ ਚਲੇ ਜਾਂਦਾ, ਮਨ ਫੇਰ ਨਹੀਂ ਟਿਕਦਾ, ਕਿਉਂ? ਸਰੀਰ ਨਾਲ ਹੈ ਨਾ। ਇਹ ਨਹੀਂ ਟਿਕਣ ਦਿੰਦਾ ਮਨ ਨੂੰ। ਤਾਂ ਇਹ ਤੋਂ ਗਾਹਾਂ ਹੋਰ ਵਧੰਤਰ ਕਰੋਗੇ ਫਿਰ ਟਿਕ ਲਿਆ ਮਨ। ਕੱਲਾ ਸਰੀਰ ਮਾਇਆ ਦਾ ਇਹ ਨਹੀਂ ਟਿਕਣ ਦਿੰਦਾ ਮਨ ਨੂੰ। ਬਾਹਰ ਛੱਡ ਕੇ ਚਲੇ ਗਏ, ਸਰੀਰ ਘਰ-ਬਾਰ ਛੱਡ ਕੇ ਕੁਛ ਨਹੀਂ ਕੋਲ ਰੱਖਿਆ, ਪੱਤਿਆਂ ਤੇ ਹੀ ਖਾਂਦੇ ਰਹੇ, ਪੱਤਿਆਂ ਤੇ, ਭਾਂਡਾ ਵੀ ਨਹੀਂ ਰੱਖਿਆ। ਸ਼ਿਵ ਜੀ ਹੈ ਕੋਲ, ਬਸਤਰ ਵੀ ਨਹੀਂ ਕੋਈ ਹੈ, ਖੱਲੇ ਪਾਈ ਹੋਈ ਹੈ, ਤਾਂ ਨਹੀਂ ਮਨ ਟਿਕਿਆ। ਉਹ ਤਾਂ ਗੋਲਕ, ਉਹਨੇ ਤਾਂ ਸਭ ਕੁਝ ਛੱਡਿਆ ਹੋਇਆ, ਉਹਦਾ ਨਹੀਂ ਟਿਕਿਆ ਮਨ। ਤਾਂ ਸ਼ਿਵ ਪੁਰਾਣ ਦੀ ਕਥਾ ਹੈ, ਸ਼ਿਵ ਪੁਰਾਣ ਦੀ ਕਥਾ। ਕੋਈ ਸ਼ਿਵ ਜੀ ਦਾ ਭਗਤ ਹੈ, ਸ਼ਿਵ ਜੀ ਉੱਤੇ ਖੁਸ਼ ਹੋ ਜਾਂਦਾ, ਪ੍ਰਗਟ ਹੁੰਦਾ, ਦਰਸ਼ਨ ਦਿੰਦਾ, ਉਹਨੂੰ ਕਹਿੰਦਾ ਮੰਗ ਜੋ ਕੋ ਮੰਗਣਾ। ਉਹ ਕਹਿੰਦਾ ਜੀ ਮੈਨੂੰ ਮੁਕਤੀ ਚਾਹੀਦੀ ਹੈ। ਉਹ ਕਹਿੰਦਾ ਕੁਛ ਹੋਰ ਮੰਗ ਲੈ। ਉਹ ਕਹਿੰਦਾ ਹੋਰ ਮੈਨੂੰ ਚਾਹੀਦਾ ਕੁਛ ਨਹੀਂ, ਮੁਕਤੀ ਚਾਹੀਦੀ ਹੈ। 2-4 ਵਾਰ ਸ਼ਿਵ ਜੀ ਨੇ ਕਿਹਾ ਵੀ ਭਾਈ ਤੂੰ ਹੋਰ ਕੁਛ ਮੰਗ ਲੈ, ਕੋਈ ਸੰਸਾਰੀ ਸੁੱਖ ਮੰਗ ਲੈ। ਆਖਰ ਸ਼ਿਵ ਜੀ ਨੇ ਕਿਹਾ ਤਾਂ ਭਾਈ ਮੁਕਤੀ ਤਾਂ ਮੈਂ ਟੋੜਦਾ ਫਿਰਦਾ। ਔਰ ਸੰਸਾਰੀ ਜਿਹੜੇ ਸੁੱਖ ਨੇ ਨਾ, ਜਿਹੜੀਆਂ ਏਸੀ ਸਰਾਵਾਂ ਬਣਾਉਂਦੇ ਨੇ, ਇਹ ਪੱਖੇ ਲਾਉਂਦੇ ਨੇ, ਏਸੀ ਲਾਉਂਦੇ ਨੇ, ਇਹ ਤਾਂ ਸ਼ਿਵ ਜੀ ਡਰਿਆ ਹੈ। ਜਿਸ ਸੁੱਖ ਤੇ ਸ਼ਿਵ ਬ੍ਰਹਮ ਡਰਾਨਾ। 2 ਡਰੇ ਨੇ ਸੁੱਖ ਤੇ, ਇੱਕ ਸ਼ਿਵ ਜੀ ਡਰਿਆ, ਇੱਕ ਬ੍ਰਹਮ ਗਿਆਨੀ ਡਰਿਆ, ਗੁਰਸਿੱਖ ਡਰਿਆ।
ਦੂਏ ਨਹੀਂ ਡਰੇ। ਨਾ ਇਹ ਗੁਰਸਿੱਖ ਰਹੇ, ਨਾ ਸ਼ਿਵ ਜੀ ਦੇ ਚੇਲੇ ਵੀ ਨਹੀਂ ਰਹੇ। ਤਾਂ ਇਹ ਤਾਂ ਖੋਟੇ ਦੱਤ ਵੀ ਨਹੀਂ ਹੈਗੇ, ਖਰੇ ਦੱਤ ਨੇ ਤਾਂ ਛੱਡੋ ਤੁਸੀਂ। ਜਿਹੜੇ ਦੱਤ ਦੇ ਲੀਹੋਂ ਲਹੇ ਹੋਏ ਤੇ ਉਹ ਵੀ ਨਹੀਂ ਰਹੇ, ਤਾਂ ਸ਼ਿਵ ਜੀ ਦੇ ਚੇਲੇ ਵੀ ਨਹੀਂ ਰਹੇ। ਸ਼ਿਵ ਜੀ ਤਾਂ ਤਿਆਗੀ ਹੈ, ਉਹੋ ਜਿਹਾ ਹੀ ਬਣ ਜਾਓ। ਉਹਨਾਂ ਨੂੰ ਉਪਦੇਸ਼ ਕੀਤਾ ਸੀ ਗੁਰੂ ਨਾਨਕ ਨੇ ਸ਼ਿਵ ਜੀ ਦੇ ਚੇਲਿਆਂ ਨੂੰ। ਦੂਆਂ ਨੂੰ ਉਪਦੇਸ਼ ਕਰਨ ਦੀ ਲੋੜ ਨਹੀਂ ਸੀ। ਵਿਗੜੇ ਹੋਏ ਦੁੱਧ ਨੂੰ ਨਹੀਂ ਸਮਾਰੀਦਾ ਹੁੰਦਾ। ਵੇਦ ਸਾਡੇ ਕੋਲ ਨੇ, ਰੋਜ਼ ਪੜ੍ਹਦੇ ਹਾਂ, ਅਸੀਂ ਨਹੀਂ ਮੰਨਣੇ, ਸਮਝ ਕੇ ਵੀ ਨਹੀਂ ਮੰਨਣੇ। ਉਹਨੂੰ ਕੌਣ ਬਣਾ ਦੂ ਬਈ ਜਿਹਨੇ ਸਮਝ ਕੇ ਵੀ ਨਹੀਂ ਮੰਨਣਾ? ਉਹਨੂੰ ਕੌਣ? ਵਿਗੜਿਆ ਹੋਇਆ ਦੁੱਧ ਹੁੰਦਾ ਉਹ। ਵਿਗੜੇ ਹੋਏ ਦੁੱਧ ਦਾ ਨਹੀਂ ਕੁਛ ਬਣਦਾ ਹੁੰਦਾ। ਵਿਗੜੇ ਹੋਏ ਦੁੱਧ ਨਾਲ ਮੱਥਾ ਨਹੀਂ ਮਾਰਿਆ। ਗੁਰੂ ਨਾਨਕ ਨੇ ਸਿੱਧਾ ਨੂੰ ਕਿਹਾ ਵੀ ਤੁਸੀਂ ਤਿਆਗੀ ਹੋ, ਤੁਸੀਂ ਕੁਛ ਬਣ ਸਕਦੇ ਹੋ ਜੇ ਬਣ ਜਾਓ। ਪਹਿਲਾਂ ਸਿੱਧੇ ਬਣ ਜਾਣ, ਉਹਨੇ ਹੀ ਬਣ ਜਾਣ, ਤਿਆਗ ਤਾਂ ਕਰਨ। ਉਹ ਤੁਸੀਂ ਮਾਇਆ ਦੀ ਗੱਲ ਕਰਦੇ ਹੋ, ਫਿਰ ਉਦੋਂ ਰਾਜ ਦੀ ਗੱਲ ਕਰਦੇ ਹੋ। ਵਿਸ਼ਨੂੰ ਦਾ ਸ਼ਿਵ ਜੀ ਦਾ ਵੀ ਵਿਰੋਧੀ ਹੈ, ਉਹ ਤਾਂ ਰਾਜਾ, ਰਾਜ ਨੂੰ ਪੈਂਦੇ ਨੇ। ਹਾਂਜੀ, ਸਰੰਗ 60 ਰਾਜ ਦੇਖੋ, ਰਾਜੰ ਤਮਾਣੰ, ਜੇ ਰਾਜ ਹੈ ਤਾਂ ਮਾਣ ਜ਼ਰੂਰ ਹੋਊਗਾ। ਮਾਣੰਗ ਤਾਂ ਅਵਮਾਨੰਗ, ਅਵਮਾਨਕ ਤੇ ਖੀਨੰਗ, ਆ ਹੈ ਪੌੜੀ। ਜੇ ਰਾਜ ਹੈ ਤਾਂ ਮਾਣ ਹੈ, ਮਾਣ ਹੈ ਤਾਂ ਅਵਮਾਨ ਹੈ, ਅਵਮਾਨ ਹੈ ਤਾਂ ਨਾਸ ਹੈ। ਬਸ ਨਾਸ ਹੋ ਗਿਆ, ਸਿੱਖੀ ਦਾ ਨਾਸ ਨਹੀਂ ਹੋਇਆ। ਕਿਹਾ ਨਹੀਂ ਇਹਨਾਂ ਨੇ ਹਾਈ ਕੋਰਟ 'ਚ ਹੋਇਆ, ਸਿੱਖ ਹੈ ਨਹੀਂ ਕੋਈ। ਹਾਸੇ ਆ ਫਿਰ, ਹੋਰ ਕੀ ਹੈ? ਇਹ ਤੋਂ ਕਹਾਂ ਕੀ ਹੋ ਜੂ? ਇਹ ਤੋਂ ਕਹਾਂ ਹੁਣ ਕੀ ਭਾਲਦੇ ਨੇ? ਜਲੰਧਰ ਉਹਨੇ ਕਿਹਾ, ਬੈਂਸ ਨੇ, ਆਪਣੇ ਅਜੀਤ ਸਿੰਘ ਨੇ, ਸ਼ਾਇਦ 2002 ਦੀ ਗੱਲ ਹੈ, ਉਹਦੇ ਵਿੱਚ ਸਟੱਡੀ ਸ਼ਾਇਦ 2003-4 ਦੀ ਗੱਲ ਹੈ, ਸ਼ਾਇਦ 3 ਦੀ। ਉਹ ਕਹਿੰਦਾ ਇੱਕ ਵੀ ਸਿੱਖ ਕੱਢ ਕੇ ਬਾਂਹ ਖੜੀ ਕਰਕੇ ਕਹੋ ਮੈਂ ਸਿੱਖਾਂ। ਅੱਜ ਅਰੋਡੇ ਬੈਠਾ ਸੀ ਉੱਥੇ, ਉਹ ਜਹੇਦਾਰ ਬੈਠਾ ਸੀ ਆਪਣਾ ਬੇਦਾਂਤੀ ਨਹੀਂ, ਬੇਦਾਂਤੀ ਦਾ ਜਹੇਦਾਰ ਬਾਅਦ 'ਚ ਬਣਿਆ, ਉਹ ਰਣਜੀਤ ਸਿੰਘ। ਇੱਕ ਸ਼ਾਇਦ ਹੋਰ ਕੌਣ ਸੀ, ਕੇਵਲ ਸਿੰਘ ਸੀ, ਪਤਾ ਨਹੀਂ ਕੌਣ ਸੀ। 3 ਜਹੇਦਾਰ ਬੈਠੇ ਨੇ ਅਕਾਲ ਤਖ਼ਤ ਦੇ। ਉਹਨਾਂ ਨੇ ਵੀ ਨਹੀਂ ਕਿਹਾ ਵੀ ਤੂੰ ਕਿਵੇਂ ਕਹਿਣਾ ਇਹ ਗੱਲ, ਅਸੀਂ ਸਿੱਖਾਂ। ਜਦ ਉਹ ਜਥੇਦਾਰ ਨਹੀਂ ਕਹਿੰਦੇ, ਬਾਕੀ ਸਿੱਖ ਕੌਣ ਕਹੂਗਾ? ਉਹ ਕਹਿੰਦਾ ਬਾਂਹ ਕੱਢ ਕੇ ਕਹੋ ਮੈਂ ਸਿੱਖਾਂ। ਕੋਈ ਨਹੀਂ ਬੋਲਿਆ, ਡੁੱਬ ਕੇ ਮਰ ਜਾਂਦੇ ਕਾਸੇ 'ਚ। ਸਿੱਖ ਕਿਹਾ ਸੀ ਉਹਨੇ, ਤਾਂ ਨਹੀਂ ਅਸੀਂ ਬੋਲੇ। ਸਿੰਘ ਕਹਿੰਦਾ ਫਿਰ ਬੋਲਦੇ। ਸਿੱਖ ਤੇ ਅਸੀਂ ਕੀ ਲੈਣਾ? ਅਸੀਂ ਸਿੱਖ ਤੇ ਕੀ ਲੈਣਾ? ਸਿੱਖ ਨਹੀਂ ਹੋਣਗੇ, ਅਸੀਂ ਕੀ ਲੈਣਾ ਸਿੱਖਾਂ ਤੇ? ਸਿੱਖ ਥੱਲੇ ਦੀ ਡਿਗਰੀ ਹੈ। ਉਹ ਸਿੰਘ ਕਹਿੰਦਾ ਨਹੀਂ ਹੈ, ਫਿਰ ਅਸੀਂ ਦੱਸਦੇ ਵੀ ਆ ਬਈ ਹੁਣ ਗੱਲ ਕਰ। ਤੂੰ ਤਾਂ ਸਿੰਘ, ਤੈਨੂੰ ਸਿੰਘ ਦੀ ਕੀ ਪਛਾਣੇ? ਤੂੰ ਤਾਂ ਆਪੇ ਸਿੱਖ ਹੈ। ਖੈਰ ਉਹ ਸਿੱਖ ਕੇ ਉਹਨੇ ਸਿੱਖ ਦੀ ਗੱਲ ਕਰ ਲਈ। ਸਿੱਖ ਸੀ ਉਹ, ਸਿੱਖ ਉਹ ਸਿੰਘ ਦੀ ਗੱਲ ਕਰਦਾ ਵੀ ਕਿਉਂ? ਆਪ ਤੋਂ ਗੱਲ ਸੀਨੀਅਰ ਦੀ ਗੱਲ ਕਿਉਂ ਕਰਦਾ? ਇਹ ਤਾਂ ਬਹੁਤ ਦੇਰ ਪਹਿਲਾਂ ਹੀ ਖਤਮ ਹੋ ਚੁੱਕਿਆ। ਹਾਂਜੀ, ਸਰੰਗ 60 ਲੈ ਸੰਜਮੇ ਤਾਕ ਮਾਰੇ। ਸਰੰਗ 60 ਲੈ, ਬਾਕੀ ਰਹਿ ਗਿਆ ਸੰਜਮ। ਸੰਜਮ ਦਾ ਪ੍ਰਚਾਰ ਬਹੁਤ ਹੈ। ਸੰਤਾਂ ਦੇ ਡੇਰਿਆਂ ਤੇ ਸੰਜਮ ਦਾ ਪ੍ਰਚਾਰ ਹੈ ਜ਼ਿਆਦਾ। ਸੰਜਮ ਦੀ ਗੱਲ ਜ਼ਿਆਦਾ ਸੰਤ ਕਰਦੇ ਨੇ, ਜਿੰਨੇ ਵੀ ਨੇ। ਸੰਜਮ ਨਾ ਚੱਲੋ। ਇਹ ਸੰਸਾਰ, ਇਹ ਮਾਇਆ ਚਾਹੇ ਸੰਜਮ, ਇਹਨਾਂ ਦਾ ਖੁੱਲਾ ਖਰਚ ਨਾ ਕਰੋ। ਸੰਜਮ ਨਾ ਵਰਤੋ ਹਰੇਕ ਚੀਜ਼। ਮਾਇਆ ਦੀ ਗੱਲ, ਸਾਰੇ ਅਰਥ ਤਾਂ ਮਾਇਆ ਚ ਲੈ ਆਉਂਦੇ ਨਾ। ਉਹਨਾਂ ਨੇ ਸੰਜਮ ਦੇ 60 ਮਾਣ ਮਾਰੇ। ਸੰਜਮ ਤਾਕ ਮਾਰੇ। ਹਾਂ, ਤੱਕ ਕੇ ਦੇਖੋ ਨਾ, ਕਿੱਥੇ ਕਿੱਥੇ ਤੀਰ ਮਾਰਨਾ ਹੈ। ਜੇ ਇੱਕ ਤੀਰ ਮਾਰਨਾ ਹੈ ਤਾਂ ਵੀ ਤੱਕ ਕੇ ਹੀ ਮਾਰਨਾ। ਜਦ ਅਸੀਂ ਗੋਲੀ ਕਿਸੇ ਤੇ ਕੋਈ ਮਾਰਦਾ, ਉਹ ਇੱਥੇ ਮਾਰਦਾ ਵੀ ਜਿੱਥੇ ਬਚੇ ਨਾ ਇੱਕ ਨਾਲੇ। ਇਹ ਖੜਨ ਜੋ ਥੋੜੀ, ਜੇ ਤਾਂ ਉਹਨੇ ਬਚਾਉਣਾ ਤਾਂ ਪੈਰ ਪੂਰ ਚ ਮਾਰੂ, ਲੱਤ ਵੀ ਭੱਜਣ ਨਹੀਂ ਦੇਣਾ। ਜਿੱਥੇ ਘੱਟ ਤੋਂ ਘੱਟ ਨੁਕਸਾਨ ਹੋਵੇ। ਪੁਲਿਸ ਮਾਰਦੀ ਹੈ, ਲੱਤ ਗੋਡੇ ਤੇ ਥੱਲੇ ਮਾਰਦੀ ਹੈ ਜਾਂ ਲੱਕ ਤੋਂ ਥੱਲੇ ਮਾਰਦੀ ਹੈ, ਵੀ ਜਿਹਦੇ ਨਾਲ ਮਰੇ ਬਣਾ ਆਦਮੀ, ਗ੍ਰਿਫਤਾਰ ਵੀ ਹੋ ਜਾਵੇ। ਤੱਕ ਕੇ ਹੀ ਮਾਰਨਾ ਪੈਂਦਾ ਨਾ। ਇਹ ਥੋੜੀ ਆ ਪੁਲਿਸ ਸਰਚ ਮਾਰੂ ਗੋਲੀ। ਫਿਰ ਤਾਂ ਵੀ ਤੁਸੀਂ ਮਾਰਨ ਵਾਸਤੇ, ਫੜਨ ਵਾਸਤੇ ਨਹੀਂ ਤੁਸੀਂ ਮਾਰੀ ਗੋਲੀ, ਮਾਰਨ ਵਾਸਤੇ ਮਾਰੀ ਹੈ। ਫਿਰ ਤਾਰਾਂ ਦਾ ਕਤਲ ਲੱਗੂ ਉਹਨਾਂ ਤੇ ਵੀ। ਤੱਕ
ਹਿਸਾਬ ਨਾਲ ਤੀਰ ਮਾਰਨਾ ਪੈਂਦਾ, ਸੰਜਮ ਤਾਕ ਮਾਰੇ। ਹਾਂ, ਸੰਜਮ ਦੇ ਮਾਰੇ ਤੱਕ ਕੇ ਤੀਰ, ਯਾਨੀ ਜਦ ਕਿਸੇ ਚੀਜ਼ ਨੂੰ ਕੱਟੀਦਾ ਕਿਸੇ ਹਿਸਾਬ ਨਾਲ ਹੀ ਕੱਟੀਦਾ ਨਾ। ਹਾਂਜੀ, ਨਵੰਗ ਬਾਣਸੋ ਨੇਮ ਕੋ ਅੰਗ ਛੇਦਿਓ। ਬਾਕੀ ਇਹਨਾਂ ਦੇ ਸੰਜਮ ਦੇ ਨਾਲ ਨੇਮ ਨੇ, 9 ਤੀਰ ਨੇਮਾਂ ਦੇ ਮਾਰੇ, ਜਿਹੜੇ ਨੇਮ ਨੇ ਬਣਾਏ ਹੋਏ ਇਹਨਾਂ ਦੇ ਨੇਮ ਵੀ ਛੇਦਤੇ। ਮਾਇਆ ਦੇ ਧਰਮ ਦੇ ਜਿਹੜੇ ਨੇ ਨਾ, ਇਹ ਜਿਹੜੀ ਮਰਿਆਦਾ ਹੈ ਇਹਦੇ ਵਿੱਚ ਹੈ, ਇਹ ਨੇਮ ਔਰ ਸੰਜਮ ਮਰਿਆਦਾ ਵਿੱਚ ਹੈ, ਯਾਨੀ ਮਰਿਆਦਾ ਹੀ ਕੱਟੀ ਹੈ। ਇਹ ਸਾਰੀ ਮਰਿਆਦਾ ਹੁੰਦੀ ਹੈ ਮੈਨ ਮੇਡ, ਆਦਮੀ ਦੀ ਬਣਾਈ ਹੋਈ। ਰਹਿਤ ਹੁੰਦੀ ਹੈ ਪਰਮੇਸ਼ਰ ਦੀ ਬਣਾਈ ਹੋਈ। ਰਹਿਤ ਰਹਿਤ ਰਹਿ ਜਾਏ ਬੇਕਾਰਾ, ਰਹਿਤ ਗੁਰਬਾਣੀ ਹੈ ਸਾਡੀ। ਰਹਿਤ ਸਾਡੀ ਆਤਮਾ ਦੀ ਰਹਿਤ ਹੈ, ਜਿਹੜੀ ਇਹਨਾਂ ਨੇ ਰਹਿਤ ਬਣਾਈ ਹੈ ਨਾ ਆਹ ਕਕਾਰਾਂ ਦੀ, ਇਹ ਰਹਿਤ ਮਾਇਆ ਦੀ ਰਹਿਤ ਹੈ, ਸਰੀਰ ਦੀ। ਇਹ ਸਰੀਰ ਦੀ ਰਹਿਤ ਹੈ। ਸਮਝਿਆ ਨਹੀਂ? ਸਭ ਕੁਝ ਜਾਣੇ ਆਤਮ। ਹਾਂ, ਸਭ ਕੁਝ ਜਾਣੇ ਆਤਮ ਕੀ ਰਹਿਤ। ਅਸਲ ਦੇ ਵਿੱਚ ਆਤਮ ਕੀ ਰਹਿਤ ਦਾ ਹੀ ਵਿੱਚ ਕਿਸੇ ਪੈਕਿੰਗ ਦੇ, ਕਿਸੇ ਡੱਬੇ ਦੇ ਵਿੱਚ ਜਿਹੜੀ ਵਸਤੂ ਹੁੰਦੀ ਹੈ ਉਹਦਾ ਉੱਤੇ ਨਾਂ ਹੁੰਦਾ ਲਿਖਿਆ ਹੋਇਆ, ਕੰਪਨੀ ਦਾ ਨਾਂ ਹੁੰਦਾ ਲਿਖਿਆ ਹੋਇਆ। ਉਹ ਬਾਹਰ ਤਾਂ ਉਹਦਾ ਲੈਵਲ ਹੀ ਹੁੰਦਾ ਹੈ, ਚੀਜ਼ ਤਾਂ ਅਸਲ ਅੰਦਰ ਹੈ। ਬਾਹਰਲੀ ਰਹਿਤ ਤਾਂ ਲੈਵਲ ਹੈ, ਸਰੀਰ ਦੀ ਰਹਿਤ ਤਾਂ ਲੈਵਲ ਹੈ ਵੀ ਇਹਦੇ ਵਿੱਚ ਕੀ ਹੈ, ਇਸੇ ਲੈਵਲ ਦੇ ਵਿੱਚ ਕੀ ਹੈ, ਅੰਦਰ ਕੀ ਹੈ। ਜਿਵੇਂ ਨਾਰੀਅਲ ਦੇ ਤੇਲ ਦੇ ਬਾਹਰ ਨਾਰੀਅਲ ਦੀ ਉਹ ਗੁੱਟ ਦੀ ਫੋਟੋ ਲੱਗੀ ਹੋਈ ਹੈ, ਅੰਦਰ ਥੋੜੀ ਗੁੱਟ ਹੈ ਉਹਦੇ, ਅੰਦਰੋਂ ਨਹੀਂ ਉਹ ਨਿਕਲਣਾ ਜੋ ਬਾਹਰ ਦੀ ਬਾਹਰ, ਅੰਦਰ ਤਾਂ ਉਹਦਾ ਤੇਲ ਹੈ। ਬਾਹਰ ਕੀ ਭੇਖ ਜਿਹੜਾ ਹੁੰਦਾ ਉਹ ਦੱਸਦਾ ਹੁੰਦਾ ਵੀ ਇਹਦੇ ਅੰਦਰ ਕੀ ਹੈ, ਕੀ ਚੀਜ਼ ਮੰਨਦੇ ਨੇ, ਇਹਦੀ ਕਿਹਾ ਜਾਏ ਮਤਲਬ ਹੈ ਇਹਨਾਂ ਦੀ ਵਿਚਾਰਧਾਰਾ ਕੀ ਹੈ, ਵਿਚਾਰਧਾਰਾ ਨੂੰ ਪ੍ਰਗਟ ਕਰਦਾ ਭੇਖ। ਸਾਡੇ ਕੋਲ ਗੁਰਮਤਿ ਦੀ ਵਿਚਾਰਧਾਰਾ ਹੈ, ਗੁਰੂ ਘਰ ਦੀ ਵਿਚਾਰਧਾਰਾ ਜੋ ਹੈ ਪ੍ਰਚਾਰੀ ਗਈ ਹੈ, ਸਿੱਖ ਜੋ ਵੇਦ ਦੀ ਵਿਚਾਰਧਾਰਾ ਕਹੋ ਤੁਸੀਂ, ਵੇਦ ਦੀ ਵਿਚਾਰਧਾਰਾ, ਆਤਮ ਗਿਆਨ ਦੀ ਵਿਚਾਰਧਾਰਾ, ਬ੍ਰਹਮ ਗਿਆਨ ਦੀ ਵਿਚਾਰਧਾਰਾ ਹੈ। ਇਹ ਜੇ ਕੱਪੜੇ ਪਾਉਣੇ ਵਾਲੇ ਆਦਮੀਆਂ ਕੋਲ ਭੇਖ ਦਾ ਮਤਲਬ ਨਹੀਂ ਵੀ ਇਹ ਐਸ ਵਿਚਾਰਧਾਰਾ ਦੇ ਧਾਰਨੀ ਨੇ, ਇਹ ਮੂਰਤੀ ਪੂਜਕ ਨਹੀਂ ਹੋ ਸਕਦੇ, ਇਹ ਆਦਮੀ ਨੂੰ ਭਗਵਾਨ ਨਹੀਂ ਮੰਨਦੇ, ਰੱਬ ਨਹੀਂ ਮੰਨਦੇ, ਪਰਮੇਸ਼ਰ ਨਹੀਂ ਮੰਨਦੇ, ਆਦਮੀ ਵਿਅਕਤੀ ਪੂਜਕ ਨਹੀਂ ਹੈ ਇਹ, ਜਿਵੇਂ ਗੁਰਬਾਣੀ ਕਹਿੰਦੀ ਹੈ। ਬਸ ਉਹ ਤਾਂ ਨਿਸ਼ਾਨੀ ਹੈ ਬਾਹਰਲੀ ਤਾਂ ਉਹਨਾਂ ਦੀ। ਹਾਂਜੀ, 85 ਸਰੰਗ ਪੂਰ ਪੂਜਾ ਹੈ ਛੇਦਿਓ। 85 ਤੀਰ ਮਾਰੇ ਪੂਜਾ ਜਿਹੜੀ ਹੈ, ਪੂਜਾ ਛੇਦਿਓ, ਪੂਜਾ ਨਾ, ਪੂਜਾ ਇਹਦੀ ਪੂਜਾ ਚੜਾਉਣੀ ਹੈ, ਇਹਦੀ ਪੂਜਾ ਚੜਾਉਣੀ ਹੈ, ਜਿਵੇਂ ਪੰਡਤਾਂ ਦੀ ਪੂਜਾ ਬਣਾਈ ਹੋਈ ਹੈ। ਉਹਨਾਂ ਨੇ ਕਿਹਾ ਆ ਬਈ ਆ ਜਿਹੜੀ ਗਊਦਾਨ ਹੈ ਨੀ, ਗਜਦਾਨ, ਨਾਰੀ ਤੱਕ ਦਾ ਦਾਨ, ਸੋਨਾ ਦਾਨ, ਉਹ ਹੈ ਨਾ ਗਰਭ सोना दान कीजै ऐसे दान नित नित कीजै राम नाम सर तो ना पूजै वो मारे हैं पूजा कटे है ये माया की पूजा पूजा नहीं है। हाँ साड़ी पूजा इको ही है तन मन अर्पू पूज चढ़ो बस ये बाकी पूजा सारी हुई कटी बाकी पूजा नहीं है। पूजा जिहड़ी संसार दे विच पूजा कीती है तुसीं किहनूं कीती है जिहड़ी पूजा चढ़ा के आए हाँ तुसीं गुरु ग्रंथ साहब दे मूहरे पूजा चढ़ा दो की सचखंड तुहानूं मिल जू हो जाके जिहड़ी गाहां नहीं मिलनी चीज़ ਉਹਦਾ ਇੱਥੇ ਦੇ ਕੇ ਫਾਇਦਾ ਕੀ ਹੈ। ਦਾਨ ਉਹ ਕਰੋ ਜਿਹੜਾ ਗਾਹਾਂ ਮਿਲੇ ਜਿਹੜੀ ਚੀਜ਼ ਗਾਹਾਂ ਨਹੀਂ ਜਾਣੀ ਉਹ ਪੂਜਾ ਨਹੀਂ ਹੈ ਤੁਹਾਡੀ ਉਹ ਧੋਖਾ ਤੁਹਾਡੇ ਨਾਲ ਪੂਜਾ ਦੇ ਨਾਮ ਤੇ ਧੋਖਾ। ਹਾਂ ਨਾਮਦਾਨ ਜੇ ਕੋਈ ਕਰਦਾ ਉਹ ਨਾਮਦਾਨ ਗਾਹਾਂ ਮਿਲ ਜਾਂਦਾ ਉਹਨੂੰ ਇੱਥੇ ਹੀ ਮਿਲ ਜਾਂਦਾ ਨਾਮ ਤਾਂ ਨਾਲੇ ਰਹਿੰਦਾ ਇੱਕ ਸਰ ਕੇ ਨਾਮ ਬਿਨ
ਫਿਰ ਅੱਗੇ ਤਾਂ ਜਾਣੀ ਹੋਣੀ ਪੂਜਾ ਕੋਈ ਤੁਹਾਡੀ। ਜੇ ਤੁਸੀਂ ਚਲੋ ਆਪਾਂ ਕਹਿੰਦੇ 2 ਮਿੰਟ ਵਾਸਤੇ ਕੋਈ ਮਾਇਆ ਦਾ ਦਾਨ ਕੀਤਾ, ਉਹਨੂੰ ਮਾਇਆ ਹੋਰ ਮਿਲ ਗਈ, ਇੱਥੇ ਹੀ ਮਿਲੂ ਨਾ ਮਾਇਆ, ਇੱਥੇ ਹੀ ਰਹਿ ਜਾਣੀ ਆ, ਤਾਂ ਨਾਲ ਤੇਰੇ ਕੀ ਗਿਆ। ਗਾਹਾਂ ਵਾਸਤੇ ਕੀ ਕਰ ਰਹੇ ਹੋ, ਸਵਾਲ ਇਹ ਹੈ। ਜੇ ਇੱਥੇ ਦੇ ਟਾਰਗੇਟ ਵਾਸਤੇ ਕਰ ਰਹੇ ਹੋ, ਸੰਸਾਰੀ ਸੁੱਖ ਵਾਸਤੇ, ਫਿਰ ਤਾਂ ਤੇ ਸੁੱਖ ਤੇ ਸ਼ਿਵ ਬ੍ਰਹਮ ਡਰਾਉਣਾ ਇੱਕ ਗੱਲ। ਦੂਆ ਤੁਸੀਂ ਸੁੱਖ ਔਰ ਦੁੱਖ ਨੂੰ ਬਰਾਬਰ ਨਹੀਂ ਸਮਝਦੇ। ਤੀਆ ਇਹ ਹੈ ਕਿ ਸੁੱਖ ਤਾਂ ਰੋਗ ਹੈ, ਤੁਸੀਂ ਰੋਗ ਖਰੀਦਦੇ ਹੋ ਪੈਸੇ ਦੇ ਕੇ। ਪੈਸੇ ਦੇ ਕੇ ਕੀ ਖਰੀਦਿਆ? ਰੋਗ। ਰੋਗ ਕੋਈ ਖਰੀਦਦਾ ਹੁੰਦਾ ਪੈਸੇ ਦੇ ਕੇ? ਅਕਲ ਵਾਲਾ ਤਾਂ ਖਰੀਦਦਾ ਨਹੀਂ, ਅਕਲ ਵਾਲਾ ਤਾਂ ਖਰੀਦਦਾ ਨਹੀਂ, ਬੇਅਕਲ ਖਰੀਦਦੇ। ਜਿਹੜੀ ਦਿਨ ਦੁਗਣੀ ਰਾਤ ਚੌਗਣੀ ਹੈ ਮਾਇਆ, ਖਜ਼ਾਨੇ ਭਰਪੂਰ, ਉਹ ਤਾਂ ਰੋਗ ਹੈ, ਰੋਗ ਵੰਡਦੇ ਨੇ ਇਹ। ਗੁਰਬਾਣੀ ਦਾ ਰੋਗ ਬੰਦੀ ਹੈ। ਗੁਰਬਾਣੀ ਨੂੰ ਕਦੋਂ ਮੰਨਦੇ ਨੇ? ਦੁੱਖ ਦਾਰੂ ਸੁੱਖ ਰੋਗ ਪਿਆ। ਦੁੱਖ ਮੰਗੋ ਜੇ ਮੰਗਣਾ, ਸੁੱਖ ਕਾਹਦੇ ਮੰਗਦੇ ਹੋ? ਸੁੱਖ ਮੰਗਦੇ ਰੋਗ ਮੰਗਦੇ ਹੋ। ਉਹ ਨਾਮ ਦਾਰੂ ਹੈ ਜਾਂ ਦੁੱਖ ਦਾਰੂ ਹੈ? ਸੰਸਾਰ ਰੋਗੀ ਨਾਮ ਦਾਰੂ, ਜਾਂ ਤਾਂ ਨਾਮ ਦਾਰੂ ਹੈ ਜਾਂ ਦੁੱਖ ਦਾਰੂ ਹੈ। 2 ਚੀਜ਼ਾਂ ਦਾਰੂ ਬਣੀਆਂ ਨੇ ਗੁਰਬਾਣੀ ਨੇ। ਜੇ ਅਸੀਂ ਉਹ ਨਹੀਂ ਮੰਨਦੇ ਸਿੱਖ, ਤਾਂ ਅਸੀਂ ਗੁਰੂ ਤੋਂ ਨਹੀਂ ਸਿੱਖਿਆ ਲਈ, ਫਿਰ ਨਹੀਂ ਸਿੱਖਿਆ ਲਈ ਅਸੀਂ, ਫਿਰ ਕੁਝ ਹੋਰੇ ਲੈ ਲਿਆ। ਫਿਰ ਸਿੱਖਿਆ, ਫਿਰ ਤਾਂ ਸਿੱਖਿਆ ਤਾਂ ਸਾਡੀ ਆਪਣੀ ਮਰਜ਼ੀ ਦੀ ਹੈ। ਉੱਥੇ ਤਾਂ ਮੱਥਾ ਹੀ ਟੇਕਦੇ ਹਾਂ, ਸੌਦਾ ਕਰਦੇ ਹਾਂ ਉੱਥੇ ਜਾ ਕੇ। ਉੱਥੇ ਤਾਂ ਸੌਦਾ ਹੈ ਵੀ ਆ ਤੈਨੂੰ ਮੈਂ ਇੰਨਾ ਕੁ ਦਿੰਦਾ, ਇੰਨਾ ਕੁ ਦੇ ਦੇ, ਤਾਂ ਸੌਦਾ। ਹਾਂ, ਬੜੋ ਲਸ਼ਕਾ ਲੈ ਸਲਾਜੇ ਭੇਦਿਓ। ਹਾਂ, ਜਿਹੜਾ ਐਸੀ ਪੂਜਾ ਹਰ ਪ੍ਰਕਾਰ ਦੀ ਪੂਜਾ ਜਿਹੜੀ ਕੱਟੀ ਗਈ, ਸਵਾਏ ਪੂਜਾ ਤਨ ਮਨ ਅਰਪੂ ਪੂਜ ਚੜਾਊ ਤੇ ਬਿਨਾ। ਤਨ ਮਨ ਤਾਂ ਫਿਰ ਤਨ ਕੀ ਹੈ? ਤਨ ਸਾਡਾ ਜਿਹੜਾ ਗਿਆਨ ਹੈ, ਸਾਡਾ ਤਨ ਸਾਡੇ ਕੋਲ। ਆਪਣਾ ਗਿਆਨ ਅੱਗੇ ਰੱਖਤਾ, ਜਿਹੜਾ ਖੋਟਾ ਬਾਹਰ ਕੱਢ ਦੇ, ਜਿਹੜਾ ਖਰਾ ਰੱਖ ਲੈ। ਹੁਣ ਗੁਰਮਤਿ ਦਾ ਅਸੀਂ ਗਿਆਨ ਲੈਣਾ, ਜੋ ਕੁਛ ਅਸੀਂ ਪਹਿਲਾਂ ਸੁਣਿਆ ਹੋਇਆ ਕਿਤੋਂ, ਬਾਕੀ ਕੱਢ ਦੇਣ, ਛੱਡ ਦੇਣਾ। ਜੋ ਗੁਰਬਾਣੀ ਨੇ ਠੀਕ ਕਹਿਣਾ ਉਹ ਅਸੀਂ ਰੱਖ ਲੈਣਾ, ਜੋ ਗੁਰਬਾਣੀ ਨੇ ਗਲਤ ਕਹਿਣਾ ਕੱਢ ਕੇ ਬਾਹਰ ਛੱਡ ਦੇਣਾ। ਜਿਵੇਂ ਜਦ ਕੋਈ ਚੀਜ਼ ਲੈ ਕੇ ਆਉਂਦੇ, ਅਸੀਂ ਚੌਲ ਲੈ ਕੇ, ਵਿੱਚ ਰੋੜ ਨੇ, ਵਿੱਚ ਉਹਦੇ ਪੱਥਰ ਹੈ, ਕਿ ਪੱਥਰ ਅਸੀਂ ਕੱਢਦੇ ਨਹੀਂ ਘਰ ਆ ਕੇ, ਲਿਆਉਂਦੇ ਤਾਂ ਮੁੱਲ ਆ ਉਹਨੂੰ, ਉਸੇ ਭਾਅ ਚੌਲਾਂ ਦੇ ਭਾਅ ਆਇਆ ਸਾਡੇ ਕੋਲ। ਪਰ ਜੇ 10-5 ਦਾਣੇ ਹੈ ਪੱਥਰ ਦੇ ਵਿੱਚ, ਬਾਹਰ ਸੁੱਟ ਦਿੰਦੇ ਅਸੀਂ ਕੱਢ ਕੇ। ਇਹੋ ਜਿਹਾ ਕੁਛ ਜੇ ਪੱਥਰ ਹੈ ਤੁਹਾਡੇ ਕੋਲ, ਕਿਸੇ ਨੇ ਸੰਤ ਨੇ ਤੁਹਾਨੂੰ ਭੁਲੇਖੇ 'ਚ ਚੌਲਾਂ ਦੇ ਪੱਥਰ ਪਾ ਕੇ ਦੇ ਦਿੱਤੇ, ਤੁਹਾਨੂੰ ਬਾਹਰ ਕੱਢ ਦਿਓ। ਉਹ ਨਹੀਂ, ਉਹਨੇ ਨੁਕਸਾਨ ਹੀ ਕਰਨਾ, ਮੂੰਹ ਜਾ ਕੇ ਫਾਇਦਾ ਨਹੀਂ ਕਰਨਾ ਉਹਨੇ ਕਿਹੜਾ ਹਜਮ ਹੋਣਾ ਜਾ ਕੇ ਅੰਦਰ। ਤੇ ਉਹ ਕੱਢ ਕੇ ਚੌੜ ਰੱਖ ਲਓ, ਜੋ ਸੱਚਾ ਗਿਆਨ ਹੈ ਸੱਚ ਦਾ ਉਹ ਰੱਖ ਲਓ, ਬਾਕੀ ਛੱਡ ਦਿਓ ਬਾਹਰ। ਵੱਡੋ ਲਸਟਕਾ ਲੈ ਸਲਾਜੇ ਭੇਦਿਓ। ਸਲੱਜ ਬਾਕੀ ਲਾਜ ਹੈ, ਸਲੱਜ ਜਿਹਨੂੰ ਇਹ ਲਾਜ ਮੰਨਦੇ ਨੇ। ਸੰਸਾਰੀ ਇੱਜ਼ਤ, ਸੰਸਾਰੀ ਮਾਣ ਸਤਿਕਾਰ, ਉਹ ਬੜੀ ਲਾਠੀ ਨਾਲ ਉਹ ਕੁੱਟਿਆ, ਉਹਨੂੰ ਭੇਜਤਾ, ਬੜੀ ਲਸਟਕਾ ਲੈ ਸਲੱਜ ਭੇਦਿਓ। ਉਹ ਕਹਿੰਦਾ ਜਿਹੜਾ ਜਦੋਂ ਕਬੀਰ ਨੂੰ ਕਹਿੰਦੇ ਨੇ ਬਈ ਇਹ ਬੌਰਾ ਹੈ ਜਾਂ ਕੁੱਤਾ ਹੈ, ਉਹ ਕਹਿੰਦਾ ਕੁੱਤਾ ਹੈਗਾ ਮੈਂ। ਕਬੀਰ ਕੋ ਕਰ ਰਾਮ ਕੋ ਮੁਤਿਆ ਮੇਰਾ ਨੋ, ਬੜੀ ਲਾਠੀ ਮਾਰਤੀ। ਇਹ ਤਾਂ ਕੁੱਤਾ ਰਾਮ ਦਾ, ਚੋਰਾਂ ਨੂੰ ਭੌਂਕਦਾ। ਰਾਮ ਦਾ ਕੁੱਤਾ ਚੋਰਾਂ ਨੂੰ ਭੌਂਕੂਗਾ, ਹੋਰ ਕੀ ਕਰੂਗਾ? ਕੁੱਤੇ ਨੇ ਚੋਰ ਨੂੰ ਭੌਂਕਣਾ, ਹੋਰ ਕਿਹਨੂੰ ਭੌਂਕਣਾ? ਹਾਂਜੀ, 82 ਬਲੀ ਬਾਣ ਵਿਦਿਆਹੇ ਮਾਰੇ। 82 ਬਾਣ ਵਿਦਿਆ ਦੇ ਮਾਰੇ, ਵਿਦਵਾਨਾਂ ਦੇ ਸਿਰ ਤੇ ਛੱਡਤਾ ਗੁਰਬਾਣੀ ਦਾ ਪ੍ਰਚਾਰ। 82 ਤੀਰ ਲੱਗੇ ਨੇ ਵਿਦਿਆ ਨੂੰ।
ਆਪਾਂ ਨੇ ਤਾਂ 82 ਜੋ ਮਾਰੇ ਨਹੀਂ ਪੂਰੇ ਗਿਣ ਕੇ। ਵਿਦਵਾਨਾਂ ਦੇ 82 ਤੀਰ ਲੱਗੇ ਨੇ ਗਿਣ ਕੇ। ਇਹ ਤਾਂ 15 ਕੇ ਜੇ ਬਸ ਹੋ ਗਈ ਇਹਨਾਂ ਦੀ, 15 ਕੇ ਮਾਰੇ ਹੋਣੇ ਨੇ, ਜੇ ਬਾਕੀ ਜੋ ਮਾਰੇ ਹੀ ਨਹੀਂ। ਮਾਰਦੇ ਤਾਂ ਜੇ ਅੱਗੋਂ ਬੋਲਦੇ, ਜਾਂ ਬੋਲੇ ਹੀ ਨਹੀਂ ਵੀ ਮਾਰਨ ਦੀ ਲੋੜ ਵੀ ਨਹੀਂ। ਜਦ ਕੋਈ ਬੋਲਦਾ ਨਹੀਂ ਮਾਰਨ ਦੀ ਲੋੜ ਹੀ ਨਹੀਂ। ਉਹ ਸਮਝ ਗਏ ਵੀ ਵਿਦਿਆ ਸੋਧੇ ਦੀ ਗੱਲ ਹੈ ਭਾਈ। ਬਿਆਸੀ ਤੀਰ ਵਿਦਿਆ ਦੇ ਮਾਰੇ। ਵਿਦਿਆ ਦੇ ਕਿਵੇਂ ਮਾਰੇ? ਵਿਦਿਆ ਸੋਧੀ ਹੈ, ਜਦ ਤੀਰ ਮਾਰੇ ਨੇ ਉਹਨੂੰ। ਹੈ ਨਹੀਂ ਗਿਣਤੀ ਚੱਲ ਰਹੀ ਹੈ। ਗਿਣਤੀ ਚੱਲ ਰਹੀ। ਬੜੀ ਬਾਣ ਵਿਦਿਆ ਹੈ ਮਾਰੇ, ਸ਼ਕਤੀਸ਼ਾਲੀ ਬਾਣ ਮਾਰੇ ਨੇ 82। ਉਹਦੇ ਪੋਲੇ ਪੋਲੇ ਤੇ ਮਾਰੇ ਹੀ ਨਹੀਂ, ਤਕੜੇ ਤੇ ਜਿਹੜੇ ਉਹੀ ਮਾਰੇ ਨੇ। ਸਮਝਿਆ ਨਹੀਂ? ਸ਼ਕਤੀਸ਼ਾਲੀ ਵਿਦਿਆ ਸੋਧੀ ਹੈ ਨਾ। ਜਿਵੇਂ ਦੱਤ ਹੈ, ਦੱਤ ਇਹਨਾਂ ਵਾਸਤੇ ਇੱਕ ਆਦਮੀ ਹੈ, ਸਾਡੇ ਵਾਸਤੇ ਗੁਣਵਾਚਕ ਨਾਮ ਹੈ। ਦੱਤ ਤੀਰਥ ਤਪ ਦਿਆ ਦੱਤ, ਦੱਤ ਲਫ਼ਜ਼ ਆਇਆ ਸਾਡੇ ਗੁਰਬਾਣੀ 'ਚ। ਦੱਤ ਦਾਨ, ਦੱਤ ਉਹੀ ਦੱਤ ਹੈ ਜੋ ਦਿੰਦਾ ਦਾਨ। ਨਾਮਦਾਨ ਦਿੰਦਾ ਉਹ ਦੱਤ ਹੈ। ਦੱਤ ਤਾਂ ਫਿਰ ਪਰਮੇਸ਼ਰ ਹੈ, ਰੁਦਰ ਅਵਤਾਰ ਹੈ। ਉਹ ਵੀ ਅਵਤਾਰ ਵੀ ਰੁਦਰ ਦਾ ਹੀ ਹੈ। ਦੱਤ ਰੁਦਰ ਅਵਤਾਰ ਬਣਿਆ ਤੇ ਦੱਤ ਦਾ ਫਿਰ ਉਹੀ ਹੈ। ਇਹ ਸਭ ਭਗਤ ਦੱਤੇ ਨੇ, ਇਹਨਾਂ ਦੇ ਥਰੂ ਇਹ ਮਿਲਦਾ ਦਾਨ। ਸਤਿਗੁਰ ਜਿਹੜਾ ਹੁੰਦਾ ਦੱਤ ਹੁੰਦਾ ਹੈ। ਹੁਣ ਉਹਨੂੰ ਅਸੀਂ ਸਤਿਗੁਰ ਕਹਿੰਦੇ ਹਾਂ, ਪਹਿਲਾਂ ਦੱਤ ਕਹਿੰਦੇ ਸੀ। ਇੰਨੀ ਉਹ ਗੱਲ ਹੈ, ਕੁਛ ਨਹੀਂ, ਨਾਂ ਦਾ ਹੀ ਫਰਕ ਹੈ। ਕਦੇ ਕੋਈ ਆ ਗਿਆ, ਨਾ ਕਦੇ ਕੋਈ ਆ ਗਿਆ। ਹੁਣ ਅਸੀਂ ਸਤਿਗੁਰ ਕਹਿ ਦਿੰਦੇ ਹਾਂ। ਕਿਸੇ ਵੇਲੇ ਭਗਤ ਕਹਿੰਦੇ ਸੀ। ਭਗਤ ਵੀ ਉਹੀ ਹੈ, ਗੁਰਮੁਖੀ ਵੀ ਉਹੀ ਹੈ, ਦੱਤ ਵੀ ਉਹੀ ਹੈ। ਹਾਂ, ਤਪਿਆਸੀ ਹੈ ਵਿਦਿਆ ਦੇ, ਵਿਦਵਾਨਾਂ ਦੇ। ਕਿਉਂਕਿ ਪੰਡਤ ਜਿਹੜਾ ਵਿਦਵਾਨ ਹੈ, ਵਿਦਿਆ ਨੇ ਹੀ ਅਰਥਾਂ ਦੇ ਅਨਰਥ ਕੀਤੇ ਨੇ। ਉਹ ਅਨਰਥ ਆਇਆ ਨਾ ਪਿੱਛੇ। ਅਨਰਥ ਜਿਹੜੇ ਕੀਤੇ ਤੇ ਅਨਰਥਾਂ ਦੇ ਅਰਥ ਬਣਾਉਣ ਵਾਸਤੇ 82 ਬਾਣ ਲੱਗੇ ਨੇ, ਤਾਂ ਸਹੀ ਅਰਥ ਹੋਏ ਨੇ। ਜਿਹੜੇ ਇਹਨਾਂ ਨੇ ਅਰਥ ਬਦਲੇ ਨੇ, ਲਫ਼ਜ਼ਾਂ ਦੇ ਅਰਥ ਬਦਲੇ ਨੇ। ਜਿਵੇਂ ਸਵੈ ਭੰਗ ਦੇ ਅਰਥ ਬਦਲ ਕੇ ਸਵੈ ਭੂ ਬਣਾਤਾ। ਭੂ ਤਾਂ ਮਾਇਆ ਹੁੰਦੀ ਹੈ, ਕਵਾਉ ਬਣਾਤਾ। ਸਵੈਮ ਦੇ ਅਰਥ ਨਹੀਂ ਬਦਲੇ। ਦੇਖੋ ਸਵੈਮ ਤਾਂ ਕਹਿੰਦੇ ਹੀ ਨੇ, ਸਵੈਮ ਭੂ ਬਣਾਤਾ। ਸਵੈਮ ਤਾਂ ਫਿਰ ਮਾਇਆ ਹੈ, ਭੂ ਤਾਂ ਫਿਰ ਮਾਇਆ ਤੇ ਤਾਂ ਲਿਆਂਦਾ। ਮੂਰਤੀ ਪੂਜਾ ਬਣਾਉਣੀ ਦੀ ਬਣਾਤੀ ਉਹਨਾਂ ਨੇ। ਸਵੈ ਭੰਗ ਨਹੀਂ ਕਿਹਾ। ਆਪਣੇ ਆਪ ਤਾਂ ਕਹਿੰਦੇ ਨੇ, ਆਪਣੇ ਆਪ ਤੇ ਪ੍ਰਕਾਸ਼ ਹੈ ਜੀ। ਤਾਂ ਸਵੈਮ ਤਾਂ ਲਫ਼ਜ਼ ਵਰਤਦੇ ਨੇ। ਸਵੈਮ ਤਾਂ ਸਵੈ ਤਾਂ ਮੰਨ ਲਿਆ, ਭੰਗ ਨੂੰ ਭੂ ਬਣਾਇਆ। ਸਵੈ ਦਾ ਬਦਲਾ ਨਹੀਂ ਹੋਇਆ ਲਫ਼ਜ਼। ਸਵੈ ਦੇ ਤਾਂ ਅਰਥ ਵੀ ਉਹੀ ਲੈਂਦੇ ਨੇ। ਸਵੈਮ ਤੋਂ ਪ੍ਰਕਾਸ਼ ਹੈ ਜੀ ਦਾ, ਆਪਣੇ ਆਪ ਤੋਂ ਪ੍ਰਕਾਸ਼ ਹੈ। ਇਹ ਸੁਤੇ ਪ੍ਰਕਾਸ਼ ਹੈ। ਸੁਤੇ ਦਾ ਨਹੀਂ, ਆਪਣੇ ਆਪ ਤੋਂ ਪ੍ਰਕਾਸ਼ ਦੀ ਗੱਲ ਹੈ। ਭੂ ਕਿਵੇਂ ਆ ਗਿਆ? ਭੰਗ ਕਿਉਂ ਨਹੀਂ ਆਇਆ? ਅਭੰਗੰ ਸਰੂਪੇ ਹੈ ਉਹ, ਸਦਾ ਅੰਗ ਸੰਗੇ ਅਭੰਗੰ ਸਰੂਪੇ। ਇੱਥੇ ਭੰਗ ਕਿਵੇਂ ਲੈ ਅਰਥ? ਦਸਮ ਪਾਤਸ਼ਾਹ ਨੇ ਜਗ੍ਹਾ ਜਗ੍ਹਾ ਭੰਗ ਵਰਤੇ ਲਫ਼ਜ਼। ਨਾਨਕ ਜਿਨ ਮਨ ਭੰਗ। ਕਿਉਂ? ਜੇ ਉਹ ਦਾਲ ਮੰਨ ਲੈਂਦੇ ਤਾਂ ਫਿਰ ਉਹਨਾਂ ਦਾ ਸਾਰਾ ਹੀ ਕੰਮ ਖਤਮ ਹੋ ਜਾਂਦਾ ਸੀ। ਦਾਲ ਨਹੀਂ ਮੰਨਣੀ ਸੀ ਉਹਨਾਂ ਨੇ। ਦਾਲ ਵਾਲਾ ਕੰਸੈਪਟ ਖਤਮ ਕਰਨਾ ਸੀ ਭੰਗ। ਜੇ ਦਾਲ ਮੰਨ ਲੈਂਦੇ ਭੰਗ ਤੋਂ, ਫਿਰ ਇਹਦੇ ਅਰਥ ਨਹੀਂ ਸੀ ਵਿਗਾੜ ਸਕਦੇ। ਕਿਉਂਕਿ ਉਹਨਾਂ ਨੇ ਦਾਲ ਵਾਲਾ ਕੰਸੈਪਟ ਨਹੀਂ ਸੀ ਲਿਆਉਣਾ। ਠੀਕ ਹੈ ਜੀ, ਕਹਿੰਦੇ ਦਾਲ ਵਾਲਾ ਕੰਸੈਪਟ ਨਹੀਂ ਹੈ, ਟੱਚੇ ਨਹੀਂ ਕੀਤਾ। ਟੱਚੇ ਨਹੀਂ ਕੀਤਾ। ਉਹ ਮੂਲ ਮੰਤਰ ਜੇ ਖਤਮ ਕਰਤਾ ਇਹਨਾਂ ਨੇ। ਉੱਥੇ ਮਾਰਿਆ ਤੀਰ। ਇਹ ਸ਼ਕਤੀਸ਼ਾਲੀ ਤੀਰ ਨੇ। ਮੈਂ 15 ਕੇ ਲੱਗੇ ਨੇ, 82 ਤਾਂ ਮਾਰੇ ਹੀ ਨਹੀਂ ਅਜੇ।
तपस्या ही पै ताग 33 डारे। और तपस्या ते तक के 33 तीर तपस्या ते मारे। बड़ी तपस्या करते हैं, 33 तीर लगे ने तपस्या ते। गुरबाणी च नहीं होने ने, गणना ने जे घट वध ने। हुण आ जिहड़ा सारा डाटा कित्थों तैयार होया, किहने कीता, किहड़े पंडित ने कीता? या तो वध घट दसन भी 33 तीर लगे नहीं होए। खोज कर लैण गुरबाणी दी, कर हुण 82 तीरां दी ये तां गिणती दसी है इत्थे, ये दसन भी 82 तो घट ने, ये वध ने। कई 1200 कीर्तन अंग छेदियो। तपस्या का प्रचार संत फेर करी जाते ने। तपस्या कौन करता था? गुरु अमरदास करता सी। वो कहते ने तीर लगे ने 33 तपस्या दे। इत्थे तां 33 तीर ने लगे तपस्या दे। तुसीं गुरु अमरदास का किला बनाई बैठे हो उत्थे, हैं? ये कड्डूगा थोड़ी जड़ थल्लों पट के कड्डू। ये गुरु अमरदास ने जोड़ी है तपस्या इन्होंने, किली कट के। क्यों? आप जो करते हैं तपस्या, संत जो तपस्या जो पैदा होए आए हुए ने कितों होर। जिहड़े खच्चर हुंदी है ना, खच्चर कहाँ उहदे नहीं कोई पैदा हुंदा। खच्चर नहीं पैदा कर सकती कोई औलाद। ये ना तो हुण सिख रहे ना हिंदू रहे। ये तो हो गए खच्चर। नाम की रखा इन्होंने? संत समाज। नाम रख लिया संत समाज। संत मत नहीं रखे, संत समाज। समाज तो फिर होंगी अड, लुटते ने सिख समाज नूं। हाँ, लुटते ने सिख। संत समाज को जान पे सिख समाज का मतलब की है? इन्होंने सिख तो रहे नहीं, ना रख लिया संत समाज। ना घोड़ा रहा ना गधा रहा। घोड़ी और गधे तो पैदा होंगे ना खच्चर, दो ही नहीं रहे। संत समाज तो अड है। कई 1200 कीर्तन ना हिंदू ने ना सिख ने। धोबी के कुत्ते पाओ ना कहना, ना घर का ना घाट का। हुण हिंदू अपने आप को कहा नहीं सकते, तो सिखा ने इन्हों का बाईकाट कर देना। बाईकाट वर्गा यह होंदा ही जाता रोज। हालती भुलेखा सी, या तो चुप करके हौली हौली सब कुछ ला के अपना खेती खूती लग जाएंगे करन। कोई रिक्शा चलाऊ, कोई कुछ करू, अपना जहे जा भी कुछ हो, या माफी मंग के आ जाएंगे सीधे होके। कई 1200 कीर्तन अंग छेदियो। आ कीर्तन भी रगड़िया पिया। और कीर्तन वाले ने ना बड़े रौला पाउंदे ने, कल युग में कीर्तन प्रधाना। कै बाण ने? कई बाण। कई बाण कीर्तन दे मारे हैं। कई 1200 कीर्तन अंग छेदियो। जेड़े कीर्तन करते ने इन्हां दे भी कई तीर लगे ने। ये कीर्तन नहीं है जेड़ा करते ने, ये रागी ने। रागी अपने आप को कीर्तनीय कहने लगे। कोई गावे रागी नादी बेदी बहु, कीर्तन ये होंदा ही नहीं। कर कर ताल पखावज नैना माथे बजे रबाबा। वो तो दोहां हाथों की ताल है। उत्थे तो है नहीं ढोलकी ना तबला। पखावज नैना वो जी ताल बजाते ने ना, ਉਹਦੇ ਨਾਲ ਛੈਣੇ ਜੇ ਉਹ ਹੱਥਾਂ ਦੇ ਨੇ ਦੋਹਾਂ ਦੇ। ਪਖਾਵੇ ਜਿਹੜੇ ਢੋਲਕੀ ਆ ਤਬਲਾ ਉਹ ਅੱਖਾਂ ਦਾ। ਪਖਾਵੇ ਜੇ ਨੈਣਾ ਮਾਥੇ ਵੱਜੇ ਰਬਾਬਾ, ਰਬਾਬ ਦਿਮਾਗ ਦੇ ਵਿੱਚ। ਉਹ ਤਾਂ ਹੈ, ਇਹ ਹੈ ਕੀਰਤਨੀਆ। ਇਹਨਾਂ ਵਾਲਾ ਤਾਂ ਕੁਝ ਇਹ ਰਾਗੀ ਨੇ। ਕੋਈ ਗਾਵਾ ਰਾਗੀ ਨਾਦੀ ਬੇਦੀ ਬਹੁ ਭੰਤ ਕਰ ਨਹੀਂ, ਹਰ ਹਰ ਭੀਜੇ ਰਾਮ ਰਾਜੇ। ਰਾਗੀ ਰਾਗ ਪ੍ਰਦਾਨ ਕਰਕੇ ਗਾ ਰਿਹਾ, कीर्तनिया नाम प्रदान करके गा रहा। जब तुसी सुरताल लाओगे तबला और बाजे दी तो उत्थे राग प्रदान रहूगा, राग ध्यान रहूगा।
ਰਾਗ ਦੇ ਰਹੇ ਨੇ, ਰਾਗ ਰਸ, ਕੰਨ ਰਸ, ਨਾਮ ਰਸ ਨਹੀਂ ਉਹਦੇ ਵਿੱਚ। ਕੀਰਤਨ 'ਚ ਨਾਮ, ਇਹਨਾਂ ਕੀਰਤਨ ਵਿੱਚ ਹੁੰਦਾ ਨਾਮ ਰਸ। ਕੀਰਤੀ ਆ ਕੀਤੀ ਹੋਈ ਹੈ, ਜਿਹਨੇ ਕੀਰਤੀ ਕੀਤੀ ਹੈ, ਜਿਨ੍ਹਾਂ ਨੇ ਗੁਰਬਾਣੀ ਰਚੀ ਹੈ ਉਹਨਾਂ ਨੇ ਕੀਰਤੀ ਕੀਤੀ ਹੈ। ਲੋਭਾਦੀ ਜੋਧਾ ਭਲੀ ਭਾਂਤ ਭੇਦਿਓ। ਲੋਭਾਦੀ ਜੋਧਾ, ਕੀਰਤਨ ਦੇ ਵਿੱਚ ਲੋਭ ਹੈ ਨਾ। ਅਲੋਭਾਦੀ ਜੋਧਾ, ਅਲੋਭਾਦੀ, ਅਲੋਭ ਨੇ ਜਿਹੜਾ ਅਲੋਭ ਸੀ ਉਹਨੇ ਲੋਭਾਦੀ ਜੋ ਭੇਦਿਆ। ਕੀਰਤਨ ਵਾਲੇ ਜਿਹੜੇ ਅਸਲੀ ਕੀਰਤਨ ਵਾਲੇ ਨੇ ਉਹਨਾਂ ਨੂੰ ਲੋਭ ਨਹੀਂ ਹੁੰਦਾ। ਜਿਹੜੇ ਇਹ ਕਰਦੇ ਨੇ ਭੇਦੇ ਨੇ ਇਹ ਲੋਭੀ ਨੇ। ਅਲੋਭ ਨੇ ਭੇਦੇ ਨੇ, ਉਹ ਅਲੋਭ ਨੇ ਤੀਰ ਮਾਰਿਆ ਇਹਨਾਂ ਦੇ। ਅਲੋਭ ਜਿਹੜਾ ਸੀ ਉਹ ਕੀਰਤਨ ਵਾਲਿਆਂ ਨੇ ਭੇਦੇ ਕਈ ਢੰਗਾਂ ਤੋਂ। ਜਿਵੇਂ ਇਹੀ ਕਹਿਣ ਲੱਗੇ ਵੀ ਤੂੰ ਆਪਣੇ ਜਿਹੜਾ ਰੋਟੀਆਂ ਕਾਰਨ ਪੂਰੇ ਤਾਲ ਹੈ ਉਹ ਕੀ ਹੈ? ਉਹ ਤੀਰੇ ਵਜ੍ਹਾ ਹੈ ਰੋਟੀਆਂ ਕਾਰਨ ਪੂਰੇ ਤਾਲ। ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾਣੇ ਧਰਤੀ ਨਾਲ। ਉਹ ਅੱਗੇ ਵੀ ਕਰਦੇ ਸੀ ਕਰ ਕਰ। ਉਹ ਜਿਹੜਾ ਉਹ ਕਬੀਰ ਕਹਿੰਦਾ ਉਹ ਫੀਲ ਰਬਾਬੀ ਬਲਦ ਪਖਾਵਜ, ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਵਜਾਵੇ, ਕਊਆ ਤਾਲ ਵਜਾਵੇ, ਪਹਿਰ ਚੋਲਣਾ ਗਧਾ ਨਾਚੇ, ਭੈਂਸਾ ਭਗਤ ਕਰਾਵੇ। ਉਹ ਕੀਰਤਨੀ ਕਹਾਉਂਦੇ ਤੇ ਉਹ ਜਿਹੇ ਨੇ। ਇਹ ਤਾਂ ਪਹਿਲਾਂ ਦੇ ਚੱਲਦੇ ਨੇ। ਉਹ ਵੀ ਕੀਰਤਨੀਏ ਕਹਿੰਦੇ ਸੀ ਆਪਣੇ ਆਪ ਨੂੰ। ਇਹ ਵੀ ਕੀਰਤਨੀ, ਉਹ ਵੀ ਪੈਸਿਆਂ ਖਾਤਰ ਕਰਦੇ ਵੀ। ਜਿੱਥੇ ਮਾਇਆ ਆ ਗਈ ਉੱਥੇ ਕੀਰਤਨ ਨਹੀਂ ਹੁੰਦਾ। ਉੱਥੇ ਰੋਟੀਆਂ ਕਾਰਨ ਪੂਰਨ ਤਾਲ ਹੈ। ਜਿੱਥੇ ਮਾਇਆ ਆ ਗਈ ਰੋਟੀਆਂ ਕਾਰਨ ਪੂਰਨ ਤਾਲ ਹੈ। ਜਿੱਥੇ ਮਾਇਆ ਤੋਂ ਰਹਿਤ ਹੈ ਉਹ ਕੀਰਤਨ। ਕੀਰਤੀ ਕੀ ਹੈ? ਜੈ ਕਰ ਕੀਰਤੀ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਮਰੋ ਸਿਰਜਣਹਾਰੋ। ਉਹ ਹੈ ਕੀਰਤੀ। ਕੀਰਤੀ ਤਾਂ ਗੁਰਬਾਣੀ ਵਾਲਿਆਂ ਨੇ ਕੀਤੀ ਹੈ ਨਾ। ਕੀਰਤੀ ਕਿੱਥੇ ਹੁੰਦੀ ਹੈ? ਬੈਠ ਕੇ ਉੱਥੇ ਹੁੰਦੀ ਹੈ ਜਿੱਥੇ ਨਾਨਕ ਬੱਧਾ ਕਰਤਾ ਹਾਂ, ਜਿੱਥੇ ਮਿਰਤ ਨੂੰ ਜਨਮ ਜਰਾ। ਉੱਥੇ ਤਾਂ ਬਿਨਾਂ ਕੀਰਤੀ ਹੁੰਦੀ ਹੋਈ ਨਹੀਂ। ਉਹ ਤਬਲੇ ਵਾਲੇ ਨੂੰ ਨਹੀਂ ਦੇਖ ਸਕਦਾ। ਉਹ ਤਬਲੇ ਵਾਲੇ ਨੂੰ ਕਹਿੰਦਾ ਵੀ ਐਂ ਵਜਾ, ਐਂ ਵਜਾ। ਉਹ ਤਾਂ ਧਿਆਨ ਤਾਂ ਤਬਲੇ ਵਾਲੇ ਚਾਹੀਦਾ। ਕੀਰਤੀ ਕਿਤੇ ਹੋਰ ਜਗ੍ਹਾ ਹੁੰਦੀ ਹੈ। ਜਿੱਥੇ ਗੁਰਬਾਣੀ ਰਚੀ ਗਈ ਹੈ ਉੱਥੋਂ ਘੱਟ ਥੱਲੇ ਕੀਰਤੀ ਹੁੰਦੀ ਹੋਈ ਨਹੀਂ। ਉੱਥੇ ਹੀ ਉਸੇ ਸਟੇਜ ਤੇ ਜਾ ਕੇ ਸਮਝ ਆਉਂਦੀ ਹੈ। ਇਹ ਨਹੀਂ ਸਮਝ ਆਉਂਦੀ। ਨਹੀਂ। ਨਿਰਹੰਕਾਰ ਕੋ ਬਾਣ ਅਸਿਨ ਛੇਦਿਓ। ਜਿਹੜਾ ਨਿਰਹੰਕਾਰ ਹੈ, ਜਿਹੜਾ ਕਹਿੰਦਾ ਮੈਨੂੰ ਹੰਕਾਰ ਨਹੀਂ, ਜਿਹੜਾ ਇਹ ਕਹਿੰਦਾ ਮੈਨੂੰ ਹੰਕਾਰ ਨਹੀਂ, ਅਸਲ 'ਚ ਉਹਨੂੰ ਹੰਕਾਰ ਹੈਗਾ। ਹੰਕਾਰ ਦਾ ਪਤਾ। ਨਿਰਹੰਕਾਰ ਜਿਹੜਾ ਕਹਿੰਦਾ ਮੈਨੂੰ ਹੰਕਾਰ ਨਹੀਂ, ਉਹਦਾ ਨਾਮ ਨਿਰਹੰਕਾਰ ਰੱਖਿਆ। ਹੰਕਾਰ ਤਾਂ ਹੈਗਾ ਉਹਨੂੰ, ਪਰ ਉਹ ਕਹਿੰਦਾ ਮੈਂ ਨਿਰਹੰਕਾਰ ਹਾਂ। ਕੋ ਬਾਣ 80 ਨਿਸ਼ੇਧੇ ਉਹਦੇ 80 ਤੀਰ ਮਾਰੇ ਨੇ, ਪਰੋ ਕੇ ਰੱਖਦਾ। ਜੇ ਮਾਇਆ ਤਾਂ ਪਹਿਲਾਂ ਹੀ ਹੈ। ਜੇ ਮਾਇਆ ਉੱਥੇ ਹੰਕਾਰ ਤਾਂ ਪਹਿਲਾਂ ਹੀ ਹੈ। ਉੱਥੇ ਮਾਇਆ, ਹੰਕਾਰ ਤਾਂ ਉੱਥੇ ਹੈਗਾ ਹੀ ਹੈ ਭਾਈ। ਜਿੰਨਾ ਚਿਰ ਮਾਇਆ ਉਹਨਾਂ ਚਿਰ ਹੰਕਾਰ ਹੈ। ਹੰਕਾਰ ਦਾ ਤੈਨੂੰ ਕਿਵੇਂ ਪਤਾ ਲੱਗ ਗਿਆ? ਹੰਕਾਰ ਦਾ ਪਤਾ ਹੀ ਲੱਗਦਾ ਕਿਸੇ ਨੂੰ। ਹੰਕਾਰ ਦਾ ਪਤਾ ਕਿੱਥੋਂ ਲੱਗਦਾ? ਭਗਤੀ ਕਰਦੇ ਰਹੇ, ਹੰਕਾਰ ਵੱਧਦਾ ਰਿਹਾ। ਹੰਕਾਰ ਵਾਸਤੇ ਭਗਤੀ ਕਰਦੇ ਤੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਬਲ ਭੁਜੰਗ ਸਾਧੇ, ਪੰਜ ਜਨਾਂ ਸੇ ਸੰਗ ਨਾ ਛੁੱਟ ਕੇ ਅਧ ਕਹਾਂ ਬੁੱਧ ਵਾਧੇ। ਕਿਉਂ ਬਈ? ਭਗਤੀ ਹੰਕਾਰ ਵਾਸਤੇ ਕਰਦੇ ਤੇ ਹੰਕਾਰ ਨੂੰ ਘਟਾਉਣ ਵਾਸਤੇ ਕਰਦੇ ਸੀ। ਜਿਹੜਾ ਕੁਝ ਕਰਦੇ ਉਹਦੇ ਨਾਲ ਤਾਂ ਹੰਕਾਰ ਵਧਿਆ ਤੁਹਾਡਾ। ਇਹਦਾ ਮਤਲਬ ਹੰਕਾਰ ਦਾ ਪਤਾ ਨਹੀਂ ਲੱਗਦਾ ਹੁੰਦਾ। ਮਨਮਤ ਦੀ ਹਰੇਕ ਭਗਤੀ ਹੰਕਾਰ ਵਧਾ। ਮਨਮਤ ਨਾਲ ਜੋ ਕਰੋਗੇ, ਦਾਨ ਕਰ ਲਓ। ਆ ਉੱਤੇ ਕਿਉਂ ਨੇ ਜਿਹੜੇ ਤੀਰ ਮਾਰੇ ਨੇ? ਕੀ ਮਾਰੇ ਨੇ? ਮਨਮਤ ਵਾਲੇ ਜਿਹੜੇ ਕਰ ਰਹੇ ਨੇ, ਚਾਹੇ ਉਹ ਸੰਜਮ ਨੇ, ਚਾਹੇ ਉਹ ਨੇਮ ਨੇ, ਚਾਹੇ ਉਹ ਦਾਨ ਹੈ, ਚਾਹੇ ਉਹ ਪੂਜਾ ਹੈ, ਚਾਹੇ ਉਹ ਤਪੱਸਿਆ ਹੈ, ਉਹਦੇ ਨਾਲ ਹੰਕਾਰ ਵੱਧਦਾ ਹੁੰਦਾ। ਚਾਹੇ ਉਹ ਕੀਰਤਨ, ਚਾਹੇ ਉਹ ਤੀਰਥ ਹੈ, ਚਾਹੇ ਉਹ ਦਾਨ ਹੈ, ਚਾਹੇ ਉਹ ਵਿਦਿਆ ਹੈ, ਉਹਦੇ ਨਾਲ ਹੰਕਾਰ ਵਧੂਗਾ ਹੀ ਵਧੂਗਾ।
ਜਿਹੜੀ ਚੀਜ਼ ਨਾਲ ਹੰਕਾਰ ਵਧੂਗਾ ਉਹ ਨੈਗੇਟਿਵ ਹੈ, ਉਹ ਭਗਤੀ ਨਹੀਂ ਹੈ। ਉਹ ਭਗਤੀ ਨਹੀਂ, ਉਹ ਭੁਲੇਖਾ ਹੈ। ਉਹ ਭੁਲੇਖਾ ਪਾਊ ਭਗਤੀ ਹੈ। ਭਗਤੀ ਦੇ ਭੁਲੇਖੇ ਸਿਰ ਤੂੰ ਜ਼ਹਿਰ ਖਾਈ ਜਾਂਦਾ। ਅੰਮ੍ਰਿਤ ਦੇ ਭੁਲੇਖੇ ਜ਼ਹਿਰ ਖਾਣ ਵਾਲੀ ਗੱਲ ਹੈ। ਉਹ ਅੰਮ੍ਰਿਤ ਦੇ ਭੁਲੇਖੇ ਕੋਈ ਜ਼ਹਿਰ ਖਾਣ ਵਾਲੀ ਗੱਲ, ਉਹਦੇ ਨਾਲ ਨੁਕਸਾਨ ਹੋਣਾ ਹੀ ਹੋਣਾ। ਜੇ ਇਹਨਾਂ ਚੀਜ਼ਾਂ ਨਾਲ ਸਾਰੀਆਂ ਨਾਲ ਹੰਕਾਰ ਵਧਿਆ ਸੀ, ਵੱਧਦਾ ਹੀ ਹੈ, ਫਿਰ ਉਹਨਾਂ ਨੂੰ ਛੱਡ ਦਿਓ। ਕਮ ਸੇ ਕਮ ਹੰਕਾਰ ਤਾਂ ਨਹੀਂ ਵਧੂਗਾ। ਜੇ ਅਸੀਂ ਨਾ ਕਰੀਏ ਉਹ, ਹੰਕਾਰ ਤਾਂ ਨਹੀਂ ਵਧੂਗਾ ਉਹਦੇ ਨਾਲ। ਚਲ ਵਧੇ ਹੀ ਨਾ, ਇੰਨਾ ਹੀ ਬਹੁਤ ਹੈ। ਘਟਾਉਣ ਵਾਲੀ ਗੱਲ ਤਾਂ ਵੱਧਦੀ ਹੈ। ਪਹਿਲਾਂ ਤਾਂ ਆਪਾਂ ਕਹਿੰਦੇ ਵੀ ਉਹ ਚੀਜ਼ ਭਾਈ ਖਾਓ ਜੀ ਨਾ ਬਿਮਾਰੀ ਵਧੇ ਨਾ, ਕਿਸੇ ਨੂੰ ਬਿਮਾਰ ਹੈ ਕੋਈ, ਪਹਿਲਾਂ ਤਾਂ ਇਹ ਹੈ ਅਗਲਾ ਕਹਿੰਦਾ ਵੀ ਆਹ ਚੀਜ਼ ਨਾ ਖਾਓ ਭਾਈ, ਇਹਦੇ ਨਾਲ ਬਿਮਾਰੀ ਵਧੂਗੀ। ਉਹ ਤਾਂ ਛੱਡ ਸਕਦਾ ਜੇ ਦਵਾਈ ਨਹੀਂ ਹਾਲੇ ਉਹਨੂੰ ਮਿਲੀ ਕਿਤੋਂ। ਵਧਣ ਤੋਂ ਤਾਂ ਰੋਕ ਸਕਦਾ ਹੈ, ਪਰ ਅਸੀਂ ਤਾਂ ਵਧਾਈ ਜਾਂਦੇ। ਹੰਕਾਰ ਵਧੀ ਜਾਂਦਾ। ਮਰਜ਼ बढ़ता ਗਿਆ ਜੂ ਜੂ ਦਵਾ ਕੀ, ਦਵਾਈ ਕਰਦਾ ਮਰਜ਼ ਵੱਧਦਾ। ਦਵਾਈ ਉਹ ਛੱਡ ਦੋ, ਉਹ ਜਿਹਦੇ ਨਾਲ ਮਰਜ਼ ਵੱਧਦਾ। ਐਸੀ ਦਵਾਈ ਮਤ ਖਾਓ ਜਿਹਦੇ ਨਾਲ ਬਿਮਾਰੀ ਵੱਧਦੀ ਹੈ। ਹਾਂਜੀ, ਭਲੇ ਪਰਮ ਤਤਵ ਆਦ ਕੋ ਬਛ ਭੇਦਿਓ। ਹਾਂ, ਬਛ ਹੁੰਦੀਆਂ ਬਰਾਛਾਂ ਕਹਿੰਦੇ ਨੇ ਆਪਾਂ, ਆਇਆ ਬਾਛਾਂ, ਬਾਛਾਂ, ਬਾਛਾਂ ਕਰਕੇ ਬੋਲਦਾ। ਜੇ ਬਾਛਾਂ ਹੀ ਭੇਜਦੀ ਹੈ ਫਿਰ ਬੋਲ ਹੁੰਦਾ। ਬੋਲਤੀ ਬੰਦ ਕਰਨ ਨੂੰ ਬਾਛਾਂ ਭੇਜਣੀਆਂ ਕਹਿੰਦੇ ਨੇ। ਮੂੰਹ ਚ ਮਾਰੇ ਤੀਰ, ਜੇ ਮੈਂ ਇੱਧਰ ਦੀ ਤੀਰ ਮਾਰੇ ਐਂ ਕੱਢ ਦੇਵੇ ਫਿਰ ਬੋਲੂਗਾ। ਕਿਹਦੇ ਮਾਰੇ? ਭਲੇ ਪਰਮ ਤਤਵ ਆਦ ਕੋ। ਹਾਂ, ਜਿਹੜੇ ਕਹਿੰਦੇ ਮੈਂ ਬੜੇ ਫਿਰਦੇ ਨੇ ਸੰਤ, ਪੂਰਨ ਬ੍ਰਹਮ ਗਿਆਨੀ, ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ। ਇਹ ਜਿਹੜੇ ਇਹਨਾਂ ਦੇ ਕੀਰਤਨ ਦਰਬਾਰ ਲੱਗਦੇ ਨੇ, ਇਹਨਾਂ ਦੇ ਨਾਂ ਰੱਖਦੇ ਨੇ। ਇਹਨਾਂ ਦੀਆਂ ਬਾਛਾਂ ਦੇ ਵਿੱਚ ਦੀ ਕੱਢ ਦਿੱਤੇ ਮਾਰ ਕੇ ਤੀਰ, ਇਧਰੋਂ ਮਾਰ ਕੇ ਦੂਏ ਪਾਸੇ ਕੱਢਤੇ। ਕਿੰਨੇ ਮਾਰੇ ਤੀਰ ਇਹਨਾਂ ਦੇ? ਭਲੇ ਪਰਮ ਤਤਵਾਦ ਕੋ ਬਛ ਭੇਜਿਓ। ਹਾਂ, ਜਿਹੜੇ ਪਰੇ ਤਤ ਗਿਆਨੀ ਬਣੇ ਫਿਰਦੇ ਨੇ ਆਪਣੇ ਆਪ 'ਚ, ਉਹਨਾਂ ਦੇ ਬਾਛਾਂ ਦੇ ਵਿੱਚ ਦੀ ਮਾਰ ਕੇ ਤੀਰ ਬਾਹਰ ਕੱਢਤੇ। ਬੋਲਤੀ ਬੰਦ ਹੋ ਗਈ, ਤਾਂ ਹੀ ਨਹੀਂ ਬੋਲਦੇ। ਹੁਣ ਬੋਲਣ। ਬਾਛਾਂ ਤੀਰ ਮਾਰ ਕੇ ਬਾਲੇ ਪਾਸੇ ਕੱਢੇ ਨੇ ਤਾਂ ਨਹੀਂ ਬੋਲਦੇ। ਹੁਣ ਬੋਲਣ, ਜਵਾਬ ਦੇਣ। ਐਂ ਕੱਢੇ ਹੋਏ ਨੇ ਤੀਰ, ਐਂ ਨਿਕਲ ਜਾਂਦੇ ਨੇ। ਜਿਹੜਾ ਇਹਨਾਂ ਨੂੰ ਕਿਹਾ ਵੀ ਇਹ ਗੁਰਮਤਿ ਦਾ ਪ੍ਰਚਾਰ ਹੀ ਨਹੀਂ ਹੈ ਜਿਹੜਾ ਤੁਸੀਂ ਕਰਦੇ ਹੋ, ਕਰਤਾ ਨਾ ਬਾਛਾਂ 'ਚ ਤੀਰ ਮਾਰ ਕੇ। ਜਿਹੜੇ ਬੋਲਦੇ ਤਾਂ ਸਭ ਲਪਰ ਲਪਰ ਬੰਦ ਹੋ ਗਈ। ਜੀਭ ਨਹੀਂ ਹਿੱਲਦੀ, ਜਾਂ ਤੀਰ ਐਂ ਪਾਰ ਹੋ ਜੂ ਜੀਭ ਹਿੱਲੂ। ਜਾਂ ਤੀਰੇ ਪਾਰ ਹੋ ਗਿਆ ਇੱਧਰ ਇੱਧਰ ਜਾਬਾਂ 'ਚ ਹੀ। ਜਾਬਾਂ ਨੂੰ ਬਾਛਾਂ ਕਹਿੰਦੇ ਨੇ, ਜਿਹਨੂੰ ਜਾਬਾਂ ਕਹਿੰਦੇ ਆਪਾਂ ਪੰਜਾਬੀ 'ਚ, ਉਹ ਬਾਛਾਂ ਕਿਹਾ ਹੋਇਆ। ਕਈ ਬਾਣ ਕਰਨਾ ਹੀ ਕੇ ਅੰਗ ਝਾਰੇ। ਜਿਹੜੇ ਕਰਨਾ ਕਿਸੇ ਦੂਏ ਤੇ ਦਇਆ ਕਰਨ ਨੂੰ ਕਹਿੰਦੇ ਨੇ। ਕਰਨਾ ਹਿੰਦੀ 'ਚ ਕਰਨਾ ਕਹਿੰਦੇ ਨੇ, ਮਿਹਰ ਕਰਨੀ ਕਿਸੇ ਤੇ। ਉਹ ਜਿਹੜੇ ਮਿਹਰਬਾਨ ਬਣੇ ਫਿਰਦੇ ਨੇ ਬਹੁਤ, ਸਾਡੇ ਵੀ ਮਿਹਰਬਾਨ ਸੀ ਨਾ ਉਹ, ਜਿਹਨੇ ਬਾਣੀ ਰਚੀ ਹੈ ਰਾਜਦਾਸੀ। ਉਹਦੇ ਕਰਨਾ ਦੇ ਮਾਰੇ, ਕਰਨਾ ਦਇਆ, ਜਿਹੜਾ ਦੂਏ ਤੇ ਕਰਨਾ ਤਰਸ ਕਰਨਾ। ਤਰਸ ਕੀ ਹੁੰਦਾ? ਦਇਆ ਕੀ ਹੈ? ਦਇਆ ਜਾਣੇ ਜੀ ਕੀ ਕੁਛ ਪੁੰਨਦਾਨ ਕਰੇ। ਜੀ ਨੂੰ ਕਰੋ ਫਿਰ ਪੁੰਨਦਾਨ। ਇੱਕ ਹੈ ਨਾ ਤੀਰ, ਬਸ ਇਹੋ ਜਿਹੇ ਤੀਰ ਮਾਰੇ ਨੇ। ਜੀ ਨਾਲ ਜੋੜਤੀ ਚੱਕ ਕੇ, ਜਾਤ ਨੂੰ ਮਾਇਆ ਨਾਲ, ਦਇਆ ਮਾਇਆ ਤੇ ਜੋੜ ਕੇ। ਇਹ ਤਾਂ ਭਾਈ ਜੇ ਕਿਸੇ ਨੂੰ ਤਾਂ ਰੋਟੀ ਖੜਾਈ ਆ ਉਹਦੀ ਉਹ ਸੀ, ਤੇਰੇ ਥਰੂ ਆਈ ਹੈ। ਜੇ ਤਾਂ ਕਿਸੇ ਨੂੰ ਸਵਾਟਰ ਦੇ ਦਿੱਤਾ, ਦੇਣ ਵਾਲੇ ਨੇ ਦਵਾਇਆ, ਤੇਰੇ ਥਰੂ ਦਵਾਇਆ। ਇਹ ਉਹਦਾ ਹੀ ਹਿੱਸਾ ਸੀ, ਤੇਰਾ ਨਹੀਂ ਹੈ। ਜੇ ਤੈਨੂੰ ਭੁਲੇਖਾ ਹੈ, ਇਹਦਾ ਹੰਕਾਰ ਪੈਦਾ ਹੋ ਜੂ ਫਿਰ ਤੈਨੂੰ। ਜੇ ਤੂੰ ਇਹ ਮੰਨੇ ਮੈਂ ਦਿੱਤਾ, ਫਿਰ ਤਾਂ ਹੰਕਾਰ ਪੈਦਾ ਹੋ ਜੂਗਾ। ਜਦ ਦੰਦਾ ਦਾਤਾ ਹੀ ਇੱਕ ਹੈ, ਸਭ ਕੋ ਦੇਵਨਹਾਰ, ਤੇ ਫਿਰ ਤੂੰ ਵਿਚਾਲੇ ਕਿਉਂ ਹੋਣਾ? ਤੂੰ ਇਹ ਕਹਾਂ ਵੀ ਮੈਂ ਨਹੀਂ ਦਿੱਤਾ, ਇਹ ਮੇਰੀ ਤਾਂ ਡਿਊਟੀ ਸੀ, ਮੈਂ ਤੈਨੂੰ ਫੜਾ ਗਿਆ। ਚੱਲ ਫਿਰ ਬਚ ਗਿਆ ਤੂੰ, ਫਿਰ ਤਾਂ ਬਚ ਗਿਆ। ਹੰਕਾਰ 'ਚ ਨਹੀਂ ਬਦਲਿਆ ਫਿਰ ਉਹ ਤੇਰਾ, ਤਾਂ ਇਹਦਾ ਡਿਊਟੀ ਕੀਤੀ ਹੈ ਮੈਂ ਤਾਂ।
ਫਿਰ ਉਹ ਤੁਹਾਨੂੰ ਰਿਐਕਸ਼ਨ ਨਹੀਂ ਕਰਦੀ ਦਵਾਈ। ਉਹ ਟੀਕਾ ਰਿਐਕਸ਼ਨ ਵੀ ਕਰ ਜਾਂਦੇ ਨਾ, ਇਹ ਰਿਐਕਸ਼ਨ ਕਰ ਜਾਂਦੇ ਨੇ ਚੰਗੇ ਕੰਮ ਨੇ ਜਿਹੜੇ। ਬੋਲਣ ਦੇ ਵਿੱਚ ਫਰਕ ਹੈ ਬਸ, ਸਮਝਣ 'ਚ ਮੰਨਣ 'ਚ ਫਰਕ ਹੈ, ਅੰਦਰੋਂ ਮੰਨਣ 'ਚ ਬਸ। ਇੱਕ ਦਵਾਈ ਵੀ ਤਾਂ ਰਿਐਕਸ਼ਨ ਕਰ ਜਾਂਦੀ ਹੈ, ਇਹ ਚੰਗੀਆਂ ਚੀਜ਼ਾਂ ਰਿਐਕਸ਼ਨ ਕਰ ਜਾਂਦੀਆਂ ਨੇ ਆਪਣੀ ਸੋਚ ਦੇ ਹਿਸਾਬ ਨਾਲ, ਤਾਂ ਕਰਨਾ ਦੇ ਮਾਰੇ ਨੇ। ਇਹ ਰਿਐਕਸ਼ਨ ਕਰ ਜੂਗੀ ਕਰਨਾ, ਫਿਰ ਤਾਂ ਸ਼ਰੀਕ ਖੁਦਾ ਬਣ ਜਾਓਗੇ ਤੁਸੀਂ। ਅਸਲ ਸ਼ਰੀਕ ਖੁਦਾ ਬਣਦੇ ਰੁਕਿਆ ਹੋਇਆ। ਸਰਨ ਸੌ ਕੋ ਸਚਿਆਹੀ ਕੇ ਅੰਗ ਮਾਰੇ। ਆ ਜਿਹੜੇ ਸਿੱਖਿਆ ਦਿੰਦੇ ਨੇ ਸਾਰੇ ਸਿੱਖਿਆ ਨਹੀਂ ਦਿੰਦੇ ਸੰਤ, 100 ਕੋ ਤੀਰ ਕਹਿੰਦੇ ਇਹਦੇ ਮਾਰਿਆ ਸਿੱਖਿਆ ਦੇਣ ਵਾਲਿਆਂ ਦੇ। ਸੌ ਸਚਿਆਹੀ ਕੇ ਅੰਗ ਮਾਰੇ। ਸਿੱਖਿਆ ਹੁੰਦੀ ਹੈ ਜਿਹੜੀ ਸਿੱਖਿਆ ਸਾਰੀਆਂ ਮਤਾਂ 'ਚ ਸਿੱਖਿਆ ਹੀ ਹੈ ਦਿੱਤੀ ਹੋਈ। ਜੋਗ ਮਤ ਵਾਲੇ ਆਪਣੀ ਸਿੱਖਿਆ ਦਿੰਦੇ ਨੇ, ਸਮਝਿਆ ਨਹੀਂ? ਐ ਕੀਰਤਨ ਵਾਲੇ ਆਪਣੀ ਸਿੱਖਿਆ ਦਿੰਦੇ ਨੇ। ਇਹਨਾਂ ਦੇ 100 ਤੀਰ ਇਹਦੇ ਮਾਰਿਆ। ਦੋਹਰਾ ਦਾਨ ਆਣ ਪੂਜਿਓ ਤਵੈ, ਗਿਆਨ ਬਾਣ ਲੈ ਹਾਥ, ਜਵਾਨ ਜਾਨ ਮਾਰਿਓ ਤਿਸੈ, ਧਿਆਨ ਮੰਤਰ ਕੇ ਸਾਥ। ਦੋਹਰਾ ਦਾਨ ਆਣ ਪੂਜਿਓ ਤਵੈ, ਗਿਆਨ ਬਾਣ ਲੈ ਹਾਥ। ਦਾਨ ਆਣ ਪੂਜਿਓ ਤਵੈ, ਉੱਥੇ ਫਿਰ ਦਾਨ ਜਿਹੜਾ ਸੀ ਉਹ ਆ ਕੇ ਖਲੋ ਗਿਆ, ਪੁੱਜ ਗਿਆ, ਪਹੁੰਚ ਗਿਆ। ਦਾਨ ਆਨ ਪੂਜਿਓ ਤਵੈ, ਗਿਆਨ ਬਾਣ ਲੈ ਹਾਥ। ਗਿਆਨ ਬਾਣ ਲੈ ਕੇ ਉਹ ਆ ਗਿਆ ਮੈਦਾਨ 'ਚ ਵੀ ਮੈਂ ਆਉਣਾ ਹੁਣ। ਸਾਰਿਆਂ ਨੂੰ ਪਿੱਛੋਂ ਆਇਆ, ਉਹਦਾ ਝਾੜਦੇ ਨਾ ਸਾਰੇ ਹੀ। ਕਹਿੰਦਾ ਲੈ ਮੇਰੀ ਗੱਲ ਕਰ। ਗਿਆਨ ਬਾਣ ਲੈ ਸਾਥ, ਉਹਦੇ ਫਿਰ ਕੀ ਮਾਰਿਆ ਕਹਾਂ? ਜਵਾਨ ਜਾਨ ਮਾਰਿਓ ਤਿਸੈ, ਧਿਆਨ ਮੰਤਰ ਕੇ ਸਾਥ। ਜਵਾਨ ਉਹਨੂੰ ਜਾਣਿਆ ਵੀ ਹਾਂ ਬਈ ਤੂੰ ਜਵਾਨ ਹੈ। ਉਹਨੂੰ ਕਾਹਦੇ ਨਾਲ ਮਾਰਿਆ? ਮਾਰਿਓ ਜਵਾਨ ਜਾਨ ਮਾਰਿਓ ਤਿਸੈ, ਧਿਆਨ ਮੰਤਰ ਕੇ ਸਾਥ। ਉਹਨੂੰ ਫਿਰ ਬ੍ਰਹਮ ਗਿਆਨ ਦਾ, ਉਹਨੂੰ ਫਿਰ ਉਹ ਤੀਰ ਮਾਰਿਆ, ਉਹਨੂੰ ਫਿਰ ਬਾਣੀ ਦਾ ਬਾਣ ਮਾਰਿਆ, ਧਿਆਨ ਪੂਰਾ ਜੋੜ ਕੇ। ਤੁਰਕੀ ਬਾਣੀ ਦਾ ਤੀਰ ਮਾਰਿਆ ਉਹਨੂੰ, ਉਹ ਮਾਰਿਆ ਪਲਟ ਕੇ। ਉਹ ਵੀ ਉਹ ਚੰਦ ਨਾਟਕ ਚੱਲ ਰਿਹਾ। ਹਾਂ, ਦਾਨ ਆ ਗਿਆ, ਦਾਨ ਆ ਗਿਆ। ਸੂਰਮਾ ਭੁਜੰਗ ਪ੍ਰਿਆਤ ਛੰਦ। ਉਹ ਕਹਿੰਦਾ ਵੀ ਮੈਂ ਦਾਨ ਕਰਦਾ, ਮੈਂ ਇਹ ਮੰਨ ਕੇ ਕਰਦਾ ਬਈ ਭਾਈ ਰੱਬ ਦਾ ਹੀ ਦਿੱਤਾ ਹੈ। ਉਹ ਕਹਿੰਦੇ ਪਰ ਤੂੰ ਤਾਂ ਕਰਦਾ ਨਾ, ਬਸ ਜਿੰਨੇ ਚਿਰ ਤੂੰ ਹੈ, ਜਦ ਲੱਗ ਜਾਣੇ ਮੈਂ ਕੁਛ ਕਰਤਾ। ਬਸ ਆਹ ਤੀਰ ਹੈ ਅਖੀਰ ਦਾ ਉਹਦਾ, ਧਿਆਨ ਮੰਤਰ ਕੇ ਸਾਥ ਹੈ। ਹੋਰ ਇਹਦੇ ਖਾਤਰ ਕੋਈ ਤੀਰ ਹੈ, ਹੋਰ ਨਹੀਂ ਹੈ ਤੀਰ। ਉਹ ਐਂ ਕਹਿ ਬੈਠਿਆ ਮੈਂ ਕਰਦਾ, ਆ ਗਿਆ ਨਾ ਆਪ ਜੋ ਕਹਿੰਦਾ ਮੈਂ ਤਾਂ ਕਰਦਾ ਹੀ ਨਹੀਂ। ਫਿਰ ਆਉਂਦਾ ਕਿਉਂ ਮੈਦਾਨ 'ਚ? ਦਾਨ ਵਾਲਾ ਆਇਆ। ਹਾਂ ਆਇਆ ਮੈਦਾਨ 'ਚ ਕਿਉਂ ਆਉਂਦਾ? ਮੈਦਾਨ 'ਚ ਜੇ ਕਰਦਾ ਹੀ ਨਹੀਂ ਮੈਂ ਮੈਦਾਨ 'ਚ ਕਿਉਂ ਆਵਾਂ? ਮੈਦਾਨ 'ਚ ਮੈਂ ਤਾਂ ਆਊਂ ਜੇ ਮੈਂ ਕਰਦਾ। ਦਾਨੀ ਮੰਨ ਕੇ ਆਊ, ਦਾਨੀ ਮੰਨ ਕੇ ਆਊਗਾ ਨਾ। ਉਹਦਾ ਫਿਰ ਧਿਆਨ ਔਰ ਮੰਤਰ ਮਾਰਿਆ। ਧਿਆਨ ਮੰਤਰ ਇਹ ਹੈ ਗੁਰਬਾਣੀ। ਗੁਰਬਾਣੀ ਦਾ ਡਾਇਰੈਕਟ ਬਾਣ ਵੱਜੂਗਾ ਉਹਦੇ ਤੇ। ਕਰ ਜਬ ਲੱਗ ਜਾਣੇ ਮੈਂ ਕੁਛ ਕਰਤਾ, ਤਬ ਲਾ ਗਰਭ ਜੋਨ में ਫਿਰਤਾ। ਬਸ ਇੱਕੋ ਹੀ ਤੀਰ ਢਹਿ ਢੇਰੀ ਕਰਤਾ। ਤੂੰ ਇਹ ਨਹੀਂ ਕਹਿ ਸਕਦਾ ਮੈਂ ਕਰਦਾ। ਜੇ ਕਰਦਾ ਚੁੱਪ ਕਰ ਜਾ। ਜਦ ਤੂੰ ਕਰਦਾ ਹੀ ਨਹੀਂ ਚੁੱਪ ਕਰ ਜਾ। ਜਦ ਤੂੰ ਕਰਦਾ ਹੀ ਨਹੀਂ, ਜੇ ਬੁਲਾਇਆ ਬੋਲਦਾ ਜਿਵੇਂ ਚਲਾਉਂਦਾ ਉਵੇਂ ਚੱਲਦਾ, ਫਿਰ ਤੈਨੂੰ ਬੋਲਣ ਦੀ ਕੀ ਲੋੜ ਪਈ ਹੈ? ਚੁੱਪ ਕਰਕੇ ਬਿਠਾਲਦਾ ਉਹ ਵੀ। ਭੁਜੰਗ ਪ੍ਰਿਆਤ ਛੰਦ ਰਣੰਗ ਉਛਲਿਓ, ਦਾਨ ਜੋਧਾ ਮਹਾਨ। ਫਿਰ ਜੋਧਾ ਮਹਾਨ ਕੇ ਹੋਰ ਆਇਆ ਰਣ ਦੇ ਵਿੱਚ। ਦਾਨ ਜੋਧਾ ਉਹਦੀ ਵੱਲ ਚੱਲੀ। ਉਹ ਹਾਂ ਉਹ ਆਇਆ ਜੋਧਾ। ਹਾਂ ਦਾਨ ਜੋਧਾ ਆਇਆ ਜਦ। ਸਭੇ ਸ਼ਸਤਰ ਔ ਬਸਤਰ ਅਸਤਰ ਨਿਧਾਨ। ਸਾਰੇ ਬਸਤਰਾਂ ਦਾ ਦਾਨ ਕਰਦਾ ਹੈ, ਸ਼ਸਤਰਾਂ ਦਾ ਦਾਨ ਲੈ ਕੇ ਆਪਣੇ ਨਿਧਾਨ ਪੂਰੇ ਖਜ਼ਾਨੇ ਲੈ ਕੇ ਉਹ ਵੀ ਆਇਆ। ਆਪਣਾ ਜਿੰਨਾ ਗਿਆਨ ਸੀ ਉਹਦੇ ਕੋਲ ਉਹ ਲੈ ਕੇ ਆਇਆ। ਆਪਣੀ ਕਾਬਲੀਅਤ ਜਿੰਨੀ ਵੀ ਸੀ
ਸੁਣਿਆ ਦੇਖੋ ਨਾ, ਜਿਹੜੇ ਆਦਮੀ ਗਿਆਨਵਾਨ ਸੁਣਦੇ ਨੇ ਉਹੀ ਦਾਨ ਕਰਦੇ ਹੁੰਦੇ ਨੇ। ਹਰੇਕ ਆਦਮੀ ਦਾਨ ਨਹੀਂ ਕਰਦਾ। ਦਾਨ ਜਿਹੜਾ ਆਦਮੀ ਕਰਦਾ ਕੁਛ ਨਾ ਕੁਛ ਗਿਆਨ ਉਹਦੇ ਕੋਲ ਹੁੰਦਾ, ਕਿਸੇ ਦੇ ਆਸਰੇ ਹੀ ਦਾਨ ਕਰਦਾ। ਦਾਨ ਦੇ ਵਿੱਚ ਮਾਇਆ ਦਾ ਤਿਆਗ ਤਾਂ ਹੈ ਉਹ ਕੁਛ ਨਾ ਕੁਛ। ਹਾਂ, ਦਸੰ ਬਾਣਸੋ ਲੋਭ ਕੋ ਬਚ ਮਾਰਿਓ। ਜੇ ਤਾਂ ਭਾਈ ਲੋਭ ਵਾਸਤੇ ਦਾਨ ਕਰਦਾ ਵੀ ਗਾਹਾਂ ਨੂੰ ਲੈਣ ਵਾਸਤੇ, ਦੇ ਦੇ ਮੰਗੇ ਸੈਸਾ ਗੁਣਾ ਸੋਭ ਕਰੇ ਸੰਸਾਰ, ਫਿਰ ਤਾਂ 10 ਤੀਰ ਮਾਰਤੇ ਉਹਦੇ ਆਲੇ ਵੀ ਦੱਸ ਤੂੰ ਐਸ ਵਾਸਤੇ ਦਾਨ ਕਰਦਾ, ਜਸ ਸੰਸਾਰੀ ਵਾਸਤੇ ਦਾਨ ਕਰਦਾ। ਆਗੇ ਫਲਾ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ। ਜੇ ਤਾਂ ਅੱਗੇ ਫੜਾਉਣਾ ਚਾਹੁੰਦਾ ਫਿਰ ਤਾਂ ਇਸ ਤਰੀਕੇ ਦਾ ਦਾਨ ਕਰ, ਨਹੀਂ ਤਾਂ ਸੰਸਾਰੀ ਕਿਸੇ ਨੂੰ ਵੀ ਦਾਨ ਕਰ ਦੇ। ਜੱਗ ਦੇ ਵਿੱਚ ਜਸ ਹੈਗਾ, ਫਿੱਕਾ ਜਸ ਹੈ, ਥੋੜੇ ਦਿਨ ਦਾ, ਜਿਵੇਂ ਰੰਗ ਫੁੱਲ ਦਾ ਰੰਗ ਹੁੰਦਾ, ਥੋੜਾ ਚਿਰ ਦਾ ਰੰਗ ਹੈ, ਜਸ ਹੈ ਉਹ ਸੰਸਾਰੀ ਜਸ ਹੈ। 10 ਬਾਣਸੋ ਲੋਭ ਕੋ ਬਚ ਮਾਰਿਓ। ਹਾਂ, ਜੇ ਲੋਭ ਦੇ ਬਾਛਾ ਨੇ ਮਾਰੇ 10 ਬਾਣ, ਵੀ ਜੇ ਤਾਂ ਤੂੰ ਦਾਨ ਕਰਦਾ ਗਾਹਾਂ ਨੂੰ ਇੱਥੇ 10 ਗੁਣਾ ਮਿਲੂਗਾ, ਕਹਿੰਦੇ ਨੇ ਨਾ 10 ਗੁਣਾ ਮਿਲਦਾ ਹੈ, ਫਿਰ ਤਾਂ 10 ਤੀਰ ਉਹਦੇ ਜੜ ਤੇ ਵੀ 10 ਗੁਣਾ ਲੈ ਕੇ ਮੰਨ ਕੇ ਚੱਲਦਾ। ਸਰੰਗ ਸਪਤ ਸੋ ਕ੍ਰੋਧ ਕੇ ਦੇਹ ਤਾਰਿਓ। ਜੇ ਤੈਨੂੰ ਇਹ ਗੱਲ ਦਾ ਤੂੰ ਗੁੱਸਾ ਕਰਦਾ ਵੀ ਮੈਨੂੰ ਕਿਉਂ ਕਿਹਾ, ਮੈਂ ਤਾਂ ਦਾਨ ਕਰਦਾ, ਦਾਨੀ ਹੈ। 7 ਬਾਣ ਉਹਦੇ ਕ੍ਰੋਧ ਦੇ ਮਾਰਤੇ। ਕ੍ਰੋਧ ਉੱਠਿਆ ਉਹਦੇ ਉੱਠੂਗਾ, ਉਹਨੂੰ ਤਾਂ ਹੀ ਆਇਆ ਮੈਦਾਨ 'ਚ, ਕ੍ਰੋਧ ਨਾਲੇ ਆਇਆ ਮੈਦਾਨ 'ਚ। ਵੀ ਪਹਿਲੀ ਗੱਲ ਤਾਂ ਇਹ ਹੈ, ਕਰਦਾ ਤੂੰ ਦਾਨ ਹੈ, ਵਧਿਆ ਤੇਰੇ ਅੰਦਰ ਕ੍ਰੋਧ ਹੈ, ਕਾਹਦੇ ਵਧ ਗਿਆ ਕ੍ਰੋਧ ਔਗਣ ਹੈ, ਗੁਣ ਹੈ। ਦਾਨ ਕਰਨਾ ਗੁਣ ਹੈ, ਗੁਣ ਨਾ ਔਗਣ ਨੂੰ ਕਿਉਂ ਖੁਰਾਕ ਮਿਲ ਗਈ? ਔਗਣ ਕਿਉਂ ਤਕੜਾ ਹੋ ਗਿਆ? ਗੁਣ ਨਾਲ ਔਗਣ ਮਰਨਾ ਚਾਹੀਦਾ, ਕਮਜ਼ੋਰ ਹੋਣਾ ਚਾਹੀਦਾ। ਤੇਰਾ ਕ੍ਰੋਧ ਤਕੜਾ ਹੋ ਗਿਆ ਦਾਨ ਦੇਣ ਨਾਲ, ਕਿਤੇ ਨਾ ਕਿਤੇ ਗਲਤੀ ਹੈ। ਦੱਸ ਕੀ ਹੈ? ਅੰਦਰ ਕੁਛ ਹੋਰ ਹੈ, ਮੂੰਹ ਤੋਂ ਕੁਛ ਹੋਰ ਕਹਿੰਦਾ। ਅੰਦਰੋਂ ਕੁਛ ਹੋਰ ਮੰਨ ਕੇ ਦਾਨ ਕਰਦਾ, ਮੂੰਹ ਤੋਂ ਕੁਛ ਹੋਰ ਕਹਿੰਦਾ, ਮੂੰਹ ਤੋਂ ਮੁੱਕਰਦਾ। ਜੇ ਤੂੰ ਮੂੰਹ ਤੋਂ ਔਰ ਅੰਦਰ ਇੱਕ ਹੁੰਦਾ, ਕ੍ਰੋਧ ਨਹੀਂ ਸੀ ਕਰ ਸਕਦਾ। ਇਹ ਕੱਚਾ ਹੈ ਤੂੰ, ਅਸਲ ਦੇ ਵਿੱਚ ਅੰਦਰੋਂ ਕੁਛ ਹੋਰ ਮੰਨ ਕੇ ਕਰ ਰਿਹਾ, ਬਾਹਰੋਂ ਤੂੰ ਕੁਛ ਹੋਰ ਕਹਿ ਰਿਹਾ। ਕਰੋਧੇ ਮੈਦਾਨ 'ਚ ਲੈ ਕੇ ਆਇਆ, ਅੰਦਰਲਾ ਕਰੋਧੇ ਲੈ ਕੇ ਆਇਆ ਬਾਹਰ। ਕਰੋਧੇ ਕਰਿਆ ਤੈਂ, ਗੁੱਸਾ ਹੀ ਕੀਤਾ ਇਸ ਗੱਲ ਦਾ। ਗੁੱਸਾ ਕਿਹੜੀ ਗੱਲ ਦਾ ਫਿਰ ਤੈਨੂੰ? ਜਬ ਲੱਗ ਜਾਣੇ ਮੈਂ ਕੁਛ ਕਰਤਾ, ਤਬ ਲੱਗ ਗਰਭ ਜੋਨ ਵਿੱਚ ਫਿਰਤਾ। ਇਹਦੇ 'ਚ ਗੁੱਸਾ ਕਿਹੜੀ ਗੱਲ? ਜਿੱਥੇ ਮੈਂ ਉੱਥੇ ਤੂੰ ਤਾਂ ਹੈ ਨਹੀਂ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਜੇ ਹੁਣ ਤੂੰ ਹੀ ਆ ਫਿਰ ਮੈਂ ਨਹੀਂ ਹਾਂ। ਜਿੱਥੇ ਮੈਂ ਆ ਉੱਥੇ ਤੂੰ ਨਹੀਂ ਹੈ। ਜੇ ਮੈਂ ਆ ਤਾਂ ਕ੍ਰੋਧ ਹੈ, ਜੇ ਕ੍ਰੋਧ ਹੈ ਤਾਂ ਤੂੰ ਨਹੀਂ ਹੈ, ਮੈਂ ਆ। 7 ਬਾਣ ਇਹਦੇ ਮਾਰੇ ਅੱਡ ਐਂਗਲਾਂ ਤੋਂ। ਜੇ ਤੂੰ ਕ੍ਰੋਧ ਹੈ ਤਾਂ ਮੈਂ ਆ ਉੱਥੇ, ਤੂੰ ਨਹੀਂ ਹੈਗਾ ਫਿਰ ਉੱਥੇ। ਦਾਨ ਮੈਂ ਵਾਸਤੇ ਕੀਤਾ, ਤੂੰ ਵਾਸਤੇ ਕੀਤਾ। ਤੂੰ ਵਾਸਤੇ ਦਾਨ ਨਹੀਂ ਕੀਤਾ, ਮੈਂ ਵਾਸਤੇ ਕੀਤਾ। ਪਰਮੇਸ਼ਰ ਦੇ ਪ੍ਰਥਾਏ ਨਹੀਂ ਦਾਨ ਕੀਤਾ, ਤੇ ਆਪਣੇ ਪ੍ਰਥਾਏ ਕੀਤਾ ਦਾਨ। ਮੈਂ ਵਧੀਆ ਉਹਦੇ ਨਾਲ, ਮੈਂ ਮਜ਼ਬੂਤ ਹੋ ਗਈ। ਮਜ਼ਬੂਤ ਉਹੀ ਚੀਜ਼ ਹੋਊ ਜਿਹਦੇ ਵਾਸਤੇ ਦਾਨ ਕੀਤਾ। ਦਾਨ ਮੈਂ ਵਾਸਤੇ ਕੀਤਾ, ਮੈਂ ਮਜ਼ਬੂਤ ਹੋ ਗਈ। ਮੈਂ ਉਹ ਮਜ਼ਬੂਤ ਹੋਊ। ਨਵੰਗ ਬਾਣ ਭੇਦਿਓ ਅਨਾਨਿਆਸ ਵੀਰੰ, ਤਰਿਓ ਤੀਰ ਭੇਦਿਓ ਅਨਾਵਰਤ ਧੀਰੰ। ਅਨਾਨਿਆਸ ਜਿਹੜੇ ਆਸ ਰਹਿਤ ਨੇ, ਅਨਾਨਿਆਸ ਵੀਰੰ। ਅਨਾਨਿਆਸ ਹੁੰਦਾ ਜਿਹੜੇ ਆਸ ਰਹਿਤ, ਸੰਨਿਆਸੀ ਜਿਹੜੇ ਕਹਿੰਦੇ ਨੇ ਕੋਈ ਆਸ ਨਹੀਂ ਰੱਖਣੀ, ਬਸ ਆਸ ਨਿਰਾਸ਼ ਹੋ ਜਾਓ। ਅਨਾਨ ਹਾਂ। ਤਰਿਓ ਤੀਰ ਭੇਦਿਓ ਅਨਾਵਰਤ ਧੀਰੰ। ਅਨਾਵਰਤ ਹੁੰਦੇ ਨੇ, ਅਨਾਵਰਤ ਹੁੰਦੇ ਨੇ। ਕੀ ਪਹਿਲਾਂ ਕਿੰਨਾ? ਨਵੰਗ ਬਾਣ ਭੇਦਿਓ ਅਨਾਨਿਆਸ। ਹਾਂ, 9 ਤੀਰ ਉਹਨਾਂ ਦੇ ਮਾਰੇ ਜਿਹੜੇ ਕਹਿੰਦੇ ਨੇ ਵੀ ਆਸਾ ਰਹਿਤ ਹੋਣਾ। ਉਹ ਕਹਿੰਦੇ ਜੀਵੇ ਆਸਾ ਮਰੇ ਨਿਰਾਸਾ। ਇੱਕ ਆਸ ਜੇ ਆਸ ਦੇ ਆਸਰੇ ਜੀ ਕਹੇ ਰਬਦਾਸ ਆਸ ਲਗ ਜੀਵੂ।
चिर प्यो दर्शन देखे। जिन्हों आस खत्म हो तो जीवन ही नहीं खत्म है। तो जे आस है नहीं जिउंदे काहदे आसरे हो तुसीं? ये दसो पहला। जिहड़ा आदमी आस निराश हो जाता, डिप्रैशन चले जाता, वो तो मरनू चाहुंदा हुंदा, मरनू जी नहीं करता। कहने हो ना आस असी आस नहीं रखी हुई तो डिप्रैशन चला जाता। ਉਹਦਾ ਤਾਂ ਜਿਉਣ ਦਾ ਕੋਈ ਮਕਸਦ ਹੀ ਨਹੀਂ ਹੈ, ਜਿਉਣ ਦਾ ਰਿਹਾ ਕੋਈ। ਤੁਸੀਂ ਦਰਸ਼ਨ ਦੀ ਗੱਲ ਕਰਦੇ ਹੋ, ਫਿਰ ਦਰਸ਼ਨ ਦੀ ਆਸ ਰੱਖੋ। ਫਿਰ ਆਸ ਹੈ ਦਰਸ਼ਨ ਦੀ, ਫਿਰ ਅਨਾਨਾਸ ਕਾਹਤੇ ਕਹਿੰਦੇ ਨਿਰਾਸ਼ੇ ਹਾਂ ਅਸੀਂ। हर दर्शन को मेरा मन बहुत तपता है, जो त्रिखावंत बिन नीर। जे दर्शन की आस है, किसी प्राप्ति की आस है, फिर तो जीवन का है। जे आस है नहीं, फिर जीवन का उद्देश्य की है? अड़ी भगती करते हो काहदे वास्ते करते हो? तीर्थ यात्रा काहदे वास्ते करते हो? दान पुण्य काहदे वास्ते करते हो? कुछ तो पिछे है जो कुछ कर रहे हो। तप काहदे वास्ते करते हो? माला काहदे वास्ते फेरते हो? फिर तो कुछ नहीं करता आदमी। या तो तुहानू समझे है नहीं। ये आस है, जान बुझ के अंदर अच्छावां बहुत ने, लुकाउने हो तुसीं उन्होंने। वो तो फिर तुसीं लुको रहे हो अंदर। जब तुसीं कुछ कर रहे हो, काहदे वास्ते कर रहे हो? ये जवाब दो। जे एक आस ताही एक आस रखो ता जीवन चलू। कहे रविदास आस लग जीवो, चिर प्यो दर्शन देखे। आसा माहे निरासो, आसा माहे निरासो है, अबरे आस निरास, अबरे आस निरास। बाकी जिहड़ियां संसार दी इच्छावां तो निराश होना जायज है, पर जिहड़ी असल च लैण आए हो चीज, ओहदी भी आस तुसीं तां रखी नहीं। फिर जिहड़ा कर रहे हो, ये काहते कर रहे हो? माला काहदे वास्ते फेर रहे हो? सुन्न समाज वास्ते कोई जगह नहीं है। सुन्न समाज नहीं, सहज समाज है। जागरूक है, एक आस है। निराश होना संसारी पदार्थों तो सुनना, आस रखनी सहज है। एक वो की है, आस की है, वो चित्त की इच्छा है। मन की इच्छा खत्म, चित्त की इच्छा जागती है, मन की इच्छा सौंगी। मन की इच्छा सो गया, सुन हो गया, चित्त की इच्छा जागती है, सहज है। पूर्ण होए चित्त की इच्छा। जे चित्त की इच्छा है तो जीवन चलूगा, नहीं जीवन का कोई मतलब नहीं रह जाता चलना। तरियो तीर भेद्यो, ये तीर अना जेडे निराश कहते ने, संन्यास कहते, उन्होंने मारे ने इस तरीके ना तीर। तरियो तीर भेद्यो अनावर्त धीरम। जेडे अनावर्त ने, जेडे कहते ने जो मिल गया खा लिया, नहीं सानू वर्त ने अनावर्त धीरम। हाँ, धीरम धीरज रखने वाले ने, संतोख वाले ने। तरियो तीर, तरियो तीर भेद्यो। हाँ, तरियो मतलब है उन्होंने 3 तीर मारे ने। तरियो तीर भेद्यो अनावर्त धीरम, 3 तीर मारे ने। भयो पेद क्रोधम। ये की लिख रहा? तरियो नूं की लिखदा? कोई मिसप्रिंट ना होवे। अनावर्त नाम वाले अवर्त योधे नूं, हाँ, 3 तीरां नाल जख्मी। हाँ, 3 ने ना, वही है। भयो भेद क्रोधम संतम संग मारे। ਉਹਦੇ 3 ਤੀਰਾਂ ਦੇ ਨਾਲ भयो भेद क्रोध सतम संग मारे। ਹਾਂ, ਸੱਤ ਦੇ ਤੀਰ ਮਾਰੇ ਨੇ ਉਹਦੇ। ਸੱਚ ਦੇ ਤੀਰ ਮਾਰੇ ਨੇ ਉਹਦੇ। ਵੀ ਸੱਚ ਜਿਹੜਾ ਹੈਗਾ ਉਹ ਅਨਾਵਰਤ ਵਾਲੇ ਵੀ, ਉਹਦਾ ਵੀ ਕ੍ਰੋਧ ਸੀ ਉਹਦੇ ਵਿੱਚ ਵੀ, ਉਹਨਾਂ ਦਾ ਵੀ ਕ੍ਰੋਧ ਵੱਜ ਜਾਂਦਾ ਹੁੰਦਾ। ਕ੍ਰੋਧ ਸਾਰਿਆਂ ਦੇ ਵੱਜ ਜਾਂਦਾ। ਜਿਹੜਾ ਤਪ ਹੈ ਨਾ, ਤਪ ਅਸਲ ਜਿਹਦੇ ਨਾਲ ਕ੍ਰੋਧ ਵੱਜ ਜਾਂਦਾ ਹੁੰਦਾ। कर्म है ना, तप कहते कर्म। तपस्या जी है इधर करो, जिन्हें ऋषि मुनि सब क्रोधी हो जाए, गुस्सा बच जाता है। भाई तीर धर्मम ब्रह्म ज्ञान तारे। भाई तीर धर्मम ब्रह्म ज्ञान तारे, ब्रह्म ज्ञान तारे। जेडे धीरज वाले ब्रह्म ज्ञानी सी, वो तो उपर हो गए। जेडे दूए सी मतां नूं मनण वाले मनमुख, वो थले हो। दुनिया दे तां भीड़ पै गई। ਜਿਹੜੇ
ਅਨਾਵਰਤ ਤੇ ਹੈ ਦੂਏ ਤੇ ਆਸ। ਜਿਹੜੇ ਗਿਆਨੀ ਸੀ ਆਸਾ ਵਿੱਚ ਨਰਾਸੋ ਸੀ, ਉਹ ਤਰ ਕੇ ਉੱਪਰ ਆ ਗਏ, ਉਹਨਾਂ ਦੀ ਜਿੱਤ ਹੋ ਗਈ, ਦੂਏ ਸਭ ਚੁੱਪ ਹੋ ਗਏ।